ਆਈ ਥਿੰਕ ਹੋਮਿਓਪੈਥੀ ਦੇ ਨਾਲ ਜੁੜਿਆ ਹੋਇਆ ਸਭ ਤੋਂ ਵੱਡਾ ਮਿਥ ਹੈਗਾ ਹੋਮਿਓਪੈਥੀ ਹੈ ਬਹੁਤ ਜ਼ਿਆਦਾ ਟਾਈਮ ਲਏਗੀ। ਜਦੋਂ ਆਪਾਂ 20 ਸਾਲ 25 ਸਾਲ 30 ਸਾਲ ਦੀ ਪ੍ਰੋਬਲਮ ਲੈ ਕੇ ਬਾਡੀ 'ਚ ਬੈਠੇ ਆ ਤੇ ਆਪਾਂ ਸੋਚਾਂਗੇ ਕਿ ਚਲੋ ਹੋਮਿਓਪੈਥੀ ਵੱਲ ਜਾਂਦੇ ਆ, ਫਿਰ ਆਪਾਂ ਭਾਲਦੇ ਆ ਕਿ ਜੀ ਸਾਨੂੰ 3 ਦਿਨਾਂ 'ਚ 5 ਦਿਨਾਂ 'ਚ 15 ਦਿਨਾਂ 'ਚ ਫਰਕ ਪੈ ਜਾਏਗਾ। ਸੋ ਇਟਸ ਨਾਟ ਪੋਸੀਬਲ। ਹੋਮਿਓਪੈਥੀ 'ਚ ਇੰਨਾ ਕੁਝ ਹੈਗਾ ਕਿ ਵੀ ਕੈਨ ਡੂ ਫਾਰ ਬੈਟਰ ਦੈਨ ਇਨ ਐਲੋਪੈਥ। ਬਟ ਥਿੰਗ ਇਜ਼ ਦੈਟ ਕਿ ਸਾਨੂੰ ਟਰਸਟ ਹੋਣਾ ਚਾਹੀਦਾ ਆਪਣੀ ਨੌਲੇਜ ਤੇ, ਆਪਣੇ ਰਿਜ਼ਲਟਸ ਤੇ। ਸਮਟਾਈਮਸ ਕੁੜੀਆਂ ਚੱਲ ਰਹੀਆਂ ਹੁੰਦੀਆਂ 8-10 ਕੁੜੀਆਂ ਜਾ ਰਹੀਆਂ ਨੇ, ਉਹਨਾਂ ਦੇ ਬਾਡੀ ਟਾਈਪ ਤੋਂ ਵੀ ਪਤਾ ਚੱਲ ਜਾਂਦਾ ਕਿ ਸ਼ੀ ਕੈਨ ਹੈਵ ਥਾਇਰਾਇਡ ਇਸ਼ੂਜ਼, ਸ਼ੀ ਕੈਨ ਹੈਵ ਪੀਸੀਓਡੀ ਇਸ਼ੂਜ਼। ਸੋ ਬਿਕੋਜ਼ ਬਾਡੀ ਟਾਈਪ ਇਦਾਂ ਦਾ ਹੋ ਜਾਂਦਾ ਹੈ। ਪੇਸ਼ੈਂਟ ਆਉਂਦੇ ਹੋਣੇ ਕਿ ਬੜੀਆ ਡਾਈਟ ਲੈ ਰਹੇ ਖਾ ਰਹੇ ਲੇਕਿਨ ਬੋਡੀ ਨੂੰ ਲੱਗ ਨਹੀਂ ਰਿਹਾ, ਬੇਸਿਕਲੀ ਡਾਈਜੈਸ਼ਨ ਦਾ ਇਸ਼ੂ ਹੈ। ਉੱਥੇ ਆਪਾਂ ਕਹਿ ਸਕਦੇ ਹਾਂ ਕਿ ਕਲਪਰੇਟ ਉੱਥੇ ਸਾਡੇ ਜੀਨਸ ਹੈਗੇ ਆ, ਕਿਉਂਕਿ ਜੈਨੇਟਿਕ ਫੈਕਟਰ ਹੈਗਾ ਹੈ ਜੋ ਸਾਡੇ ਬਾਡੀ ਦੇ ਜੀਨਸ ਦੀ ਟੈਂਡੈਂਸੀ ਹੈ ਕਿ ਉਹਨਾਂ ਨੇ ਲੀਨ ਥੀਨ ਰਹਿਣਾ, ਉਹਨਾਂ ਨੇ ਸਾਰੀ ਜ਼ਿੰਦਗੀ ਲੀਨ ਥੀਨ ਹੀ ਰਹਿਣਾ। ਕੈਂਸਰ ਨੂੰ ਇੱਕ ਇਹੋ ਜਿਹਾ ਡਿਜ਼ੀਜ਼ ਮੰਨਿਆ ਜਾਂਦਾ ਹੈ ਨਾ ਕਿ ਜਿਹਨੂੰ ਆਪਾਂ 90% ਆਫ ਦਾ ਪੀਪਲ ਸੋਚ ਲੈਂਦੇ ਕਿ ਜੇ ਹੋ ਗਿਆ ਤੇ ਮਤਲਬ ਸਫਰ ਸਟਾਰਟ ਹੈ ਨਾ। ਕੈਂਸਰ ਆਪਾਂ ਕਹੀਏ ਕਾਈਂਡ ਆਫ ਟਿਊਮਰਸ ਜਿਹਦੇ ਚ 90% ਤੋਂ ਜ਼ਿਆਦਾ ਤੇ ਨਾਨ ਕੈਂਸਰਸ ਟਿਊਮਰਸ ਹੁੰਦੇ ਨੇ ਜਿਹਦੇ ਚ ਕੋਈ ਪ੍ਰੋਬਲਮ ਨਹੀਂ ਆ ਸਕਦੀ। ਬਟ ਆਪਾਂ ਉਹਨੂੰ ਜਦੋਂ ਕੈਂਸਰ ਵਰਡ ਆ ਜਾਂਦਾ ਹੈ ਤੇ ਸਾਰੇ ਅਫਰੇਡ ਹੋ ਜਾਂਦੇ ਕਿ ਬਹੁਤ ਵੱਡੀ ਪ੍ਰੋਬਲਮ ਆ ਗਈ। ਇਹ ਜਿਹੜੀ ਕੰਡੀਸ਼ਨ ਆਈ ਥਿੰਕ ਬਹੁਤ ਹੋ ਰਹੀ ਹੈ, ਬਹੁਤ ਚੱਲ ਰਹੀ, PCOD ਜਾਂ PCOS ਬਾਰੇ ਆਪਾਂ ਗੱਲ ਕਰੀਏ, ਹੁੰਦੀ ਕਿਉਂ ਹੈ ਬੇਸਿਕਲੀ? ਸੋ ਇਹਦੇ ਰੀਜ਼ਨਸ ਹੈ। PCOD ਪ੍ਰੈਗਨੈਂਸੀ ਨੂੰ ਵੀ ਇਫੈਕਟ ਕਰਦੀ ਹੈ। ਓਕੇ ਡਾਕਟਰ ਸ਼ਿਵਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦੀ ਪੋਡਕਾਸਟ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਜੇਕਰ ਤੁਹਾਡੇ ਬਾਰੇ ਗੱਲ ਕਰੀਏ 10 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੋਮਿਓਪੈਥੀ ਫੀਲਡ ਦੇ ਵਿੱਚ, ਕਿਹੋ ਜਿਹਾ ਸਫ਼ਰ ਹੈ, ਜਰਨੀ ਕਿਵੇਂ ਸਟਾਰਟ ਹੋਈ? ਰਾਈਟ, ਬਹੁਤ ਹੀ ਅੱਛਾ ਕੁਐਸਚਨ ਪੁੱਛਿਆ ਤੁਸੀਂ, ਬਿਕੋਜ਼ ਹੋਮਿਓਪੈਥੀ ਆਪਾਂ ਲੌਂਗ ਟਾਈਮ ਨਾਲ ਤਾਂ ਵੈਸੇ ਹੀ ਕਨੈਕਟ ਕਰਦੇ ਹਾਂ, ਬਿਕੋਜ਼ ਲੋਕਾਂ ਨੂੰ ਲੱਗਦਾ ਕਿ ਹੋਮਿਓਪੈਥੀ ਇਜ਼ ਵੈਰੀ ਲੌਂਗ ਟਾਈਮ ਟੇਕਿੰਗ ਪ੍ਰੋਸੈਸ ਟੂ ਟ੍ਰੀਟ, ਹੈ ਨਾ। ਸੋ 10 ਸਾਲ ਬਹੁਤ ਵੱਡਾ ਟਾਈਮ ਨਹੀਂ ਹੈਗਾ, ਬਿਕੋਜ਼ ਇਹ 10 ਸਾਲਾਂ 'ਚ ਵੀ ਬਹੁਤ ਮਜ਼ਾ ਆਇਆ ਪੇਸ਼ੈਂਟਸ ਨੂੰ ਠੀਕ ਹੁੰਦਿਆਂ ਦੇਖਦਿਆਂ। ਉਹਨਾਂ ਨੂੰ ਸਿਰਫ ਦਬਾਣਾ ਨਹੀਂ, ਉਹਨਾਂ ਦੀ ਪ੍ਰੋਬਲਮ ਨੂੰ ਸਿਰਫ ਪੈਲੀਏਟ ਕਰਨਾ ਨਹੀਂ, ਉਹਨਾਂ ਦੀ ਪ੍ਰੋਬਲਮਸ ਨੂੰ ਰੂਟ ਕਾਜ਼ ਨੂੰ ਉਹਨਾਂ ਦੇ ਠੀਕ ਕਰਨਾ ਤੇ ਉਹਨਾਂ ਨੂੰ ਇੱਕ ਹੈਲਦੀ ਲਾਈਫ ਸਟਾਈਲ ਵੱਲ ਮੋੜਨਾ। ਸੋ ਬਹੁਤ ਹੀ ਇੰਟਰਸਟਿੰਗ ਰਿਹਾ, ਕਾਫੀ ਮਜ਼ਾ ਆਇਆ ਤੇ ਬਹੁਤ ਅੱਛਾ ਲੱਗਦਾ ਹੈ। ਸਮਟਾਈਮਸ ਪੇਸ਼ੈਂਟਸ ਨੂੰ ਦਵਾਈ ਦੀ ਵੀ ਜ਼ਰੂਰਤ ਨਹੀਂ ਹੁੰਦੀ ਹੈ, ਸੋ ਪੇਸ਼ੈਂਟਸ ਕਾਉਂਸਲਿੰਗਸ ਨਾਲ ਵੀ ਠੀਕ ਹੋ ਜਾਂਦੇ ਆ। ਸੋ ਪੇਸ਼ੈਂਟ ਨੂੰ ਅੰਡਰਸਟੈਂਡ ਕਰਨਾ ਇਜ਼ ਇਟਸੈਲਫ ਅ ਟਾਈਪ ਆਫ ਕਿਉਰ, ਜਿੱਥੇ ਆਪਾਂ ਪੇਸ਼ੈਂਟ ਨੂੰ ਅੱਧਾ ਠੀਕ ਤੇ ਪੇਸ਼ੈਂਟ ਨਾਲ ਗੱਲ ਕਰਕੇ ਉਹਦੀ ਕੇਸ ਟੇਕਿੰਗ ਕਰਕੇ, ਤੇ ਇਹ ਚੀਜ਼ ਸਾਡੇ ਹੋਮਿਓਪੈਥੀ ਦੀ ਬਹੁਤ ਹੀ ਇਨਡਿਫਰੈਂਟ ਪਾਰਟ ਹੈ ਕਿ ਜੋ ਹੋਰ ਪੈਥਿਸ 'ਚ ਨਹੀਂ ਹੈ। ਵੀ ਡੋਂਟ ਟੇਕ ਕਿ ਆਪਾਂ 2 ਮਿੰਟ ਲਏ ਤੇ ਪੇਸ਼ੈਂਟ ਨੂੰ ਪੁੱਛਿਆ ਤੇ ਚੱਲਦਾ ਕੀਤਾ, ਉੱਦਾਂ ਨਹੀਂ ਹੈਗਾ। ਜਦੋਂ ਇਨਫੈਕਟ ਸਾਡੇ ਜੋ ਹੋਮਿਓਪੈਥੀ ਦੇ ਬੇਸਿਕਸ ਹੈ ਉਹਦੇ 'ਚ ਵੀ ਆਪਾਂ ਕਹਿੰਦੇ ਹਾਂ ਕਿ ਅ ਪ੍ਰੋਪਰ ਕੇਸ ਟੇਕਿੰਗ ਇਜ਼ ਹਾਫ ਕਿਉਰ। ਆਪਾਂ ਅੱਧਾ ਤਾਂ ਠੀਕ ਉਦੋਂ ਹੀ ਕਰ ਦਿੰਦੇ ਪੇਸ਼ੈਂਟ ਨੂੰ ਜਦੋਂ ਆਪਾਂ ਕੇਸ ਟੇਕਿੰਗ ਕਰ ਲੈਂਦੇ। ਸੋ ਇਟਸ ਅ ਵੈਰੀ ਇੰਟਰਸਟਿੰਗ ਜਰਨੀ ਟਿਲ ਨਾਓ। ਤੁਸੀਂ ਖੁਦ ਜ਼ਿਕਰ ਕੀਤਾ ਇੱਕ ਗੱਲ ਦਾ ਕਿ ਲੋਕਾਂ ਨੂੰ ਲੱਗਦਾ ਕਿ ਬੜਾ ਟਾਈਮ ਟੇਕਿੰਗ ਪ੍ਰੋਸੈਸ ਹੈ, ਕਿਉਂ? ਮਤਲਬ ਇਹ ਆਈ ਥਿੰਕ ਹੋਮਿਓਪੈਥੀ ਦੇ ਨਾਲ ਜੁੜਿਆ ਹੋਇਆ ਸਭ ਤੋਂ ਵੱਡਾ ਮਿਥ ਹੈਗਾ ਹੈ, ਜਿਹੜਾ ਲੋਕਾਂ ਨੂੰ ਇੱਕ ਦਿਮਾਗ 'ਚ ਬੈਠੀ ਹੋਈ ਹੈ ਭ੍ਰਾਂਤੀ ਕਿ ਹੋਮਿਓਪੈਥੀ ਹੈ ਬਹੁਤ ਜ਼ਿਆਦਾ ਟਾਈਮ ਲਏਗੀ। ਬਟ ਉਹ ਤੋਂ ਪਹਿਲਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਜਿਹੜੀ ਸਾਡੀ ਪ੍ਰੋਬਲਮ ਹੈ ਉਹਨੇ ਸਾਡੀ ਬਾਡੀ 'ਚ ਆ ਕੇ ਇਵੋਲਵ ਹੋਣ ਲਈ ਕਿੰਨਾ ਟਾਈਮ ਲਾਇਆ। ਜਦੋਂ ਆਪਾਂ 20 ਸਾਲ 25 ਸਾਲ 30 ਸਾਲ ਦੀ ਪ੍ਰੋਬਲਮ ਲੈ ਕੇ ਬਾਡੀ 'ਚ ਬੈਠੇ ਆ ਤੇ ਆਪਾਂ ਸੋਚਾਂਗੇ ਕਿ ਚਲੋ ਹੋਮਿਓਪੈਥੀ ਵੱਲ ਜਾਂਦੇ ਆ, ਫਿਰ ਆਪਾਂ ਭਾਲਦੇ ਆ ਕਿ ਜੀ ਸਾਨੂੰ 3 ਦਿਨਾਂ 'ਚ 5 ਦਿਨਾਂ 'ਚ 15 ਦਿਨਾਂ 'ਚ ਫਰਕ ਪੈ ਜਾਏਗਾ। ਸੋ ਇਟਸ ਨਾਟ ਪੋਸੀਬਲ, ਬਿਕੋਜ਼ ਆਪਣਾ ਹੋਮਿਓਪੈਥੀ ਦਾ ਲਾਅ ਹੁੰਦਾ। ਇਨਫੈਕਟ ਇਹ ਸਾਡੀ ਹਿਊਮਨ ਬਾਡੀ ਦਾ ਵੀ ਲਾਅ ਹੁੰਦਾ ਕਿ ਜਿਹੜੀ ਚੀਜ਼ ਸਭ ਤੋਂ ਪਹਿਲਾਂ ਆਉਂਦੀ ਹੈ ਬਿਮਾਰੀ 'ਚ, ਉਹ ਫਿਰ ਹੌਲੀ ਹੌਲੀ ਉਸ ਤਰੀਕੇ ਨਾਲ ਕੰਮ ਕਰਦੀ ਹੈ। ਇਟ ਟਰੀਟਸ ਯੂ ਫਰੋਮ ਇਨਸਾਈਡ ਟੂ ਆਊਟਸਾਈਡ, ਠੀਕ ਹੈ। ਤੇ ਜੋ ਪ੍ਰੋਬਲਮ ਨੂੰ ਜਿੰਨਾ ਜ਼ਿਆਦਾ ਟਾਈਮ ਤੁਹਾਡੇ ਇਵੋਲਵ ਹੋਣ ਨੂੰ ਲੱਗਦਾ ਹੈ, ਡੈਫੀਨੇਟਲੀ ਉਹਨੂੰ ਟਾਈਮ ਜ਼ਰੂਰ ਲੱਗਦਾ ਹੈ। ਇਟਸ ਨਾਟ ਲਾਈਕ ਕਿ ਆਪਾਂ ਕਹੀਏ ਕਿ ਹੋਮਿਓਪੈਥੀ ਬਹੁਤ ਸਲੋ ਪ੍ਰੋਸੈਸਿੰਗ ਹੈ। ਐਕਿਊਟ ਕੰਡੀਸ਼ਨਸ ਦੇ ਵਿੱਚ ਜਦੋਂ ਆਪਾਂ ਸਹੀ ਟਾਈਮ ਤੇ ਸਹੀ ਸਿਚੁਏਸ਼ਨ ਤੇ ਅੱਛੀ ਦਵਾਈ ਸ਼ੁਰੂ ਕਰ ਲੈਂਦੇ ਹਾਂ ਤੇ ਸਾਨੂੰ ਵਿਦਿਨ ਨੋ ਟਾਈਮ ਰਿਜ਼ਲਟਸ ਮਿਲਦਾ ਹੈ। ਬਹੁਤ ਵਾਰੀ ਮੈਂ ਦੇਖਦੀ ਹਾਂ ਕਿ ਇਟ ਐਕਟਸ more faster than ਐਲੋਪੈਥੀ also, because ਸਾਡੀ ਹੋਮਿਓਪੈਥੀ ਮੈਡੀਸਿਨਸ ਨਰਵਸ ਸਿਸਟਮ ਦੇ ਥਰੂ ਕੰਮ ਕਰਦੀ ਹੈ। ਐਲੋਪੈਥੀ ਔਰ ਹੋਮਿਓਪੈਥੀ ਦੇ ਵਿੱਚ ਕੀ ਡਿਫਰੈਂਸ ਹੈ? ਜਿਵੇਂ ਤੁਸੀਂ ਬੋਲਿਆ ਕਿ ਇਹ ਜ਼ਿਆਦਾ ਬੈਟਰ ਹੈ, ਕਾਈਂਡ ਆਫ ਬੈਟਰ ਵੀ ਨਹੀਂ ਆਪਾਂ ਕਹਿ ਸਕਦੇ। ਦੇਖੋ, ਹਰ ਪੈਥੀ ਦਾ ਆਪਣਾ ਇੱਕ ਸਪੇਸ ਹੈਗਾ, ਆਪਣਾ ਇੱਕ ਪਲੇਸ ਹੈਗਾ, ਆਪਣੀ ਇੰਪੋਰਟੈਂਸ ਹੈਗੀ ਹੈ। ਜਿੱਥੇ ਐਲੋਪੈਥੀ ਦੀ ਇੰਪੋਰਟੈਂਸ ਹੈ ਉਹਦੀ ਆਪਣੀ ਇੰਪੋਰਟੈਂਸ ਹੈ, ਬਿਕੋਜ਼ ਨਾਓ ਡੇਜ਼ ਆਪਾਂ ਦੇਖੀਏ ਇਟਸ ਦ ਵਨ ਆਫ ਦ ਮੋਸਟ ਐਕਸੈਪਟਡ ਪੈਥੀ ਇਨ ਦ ਵਰਲਡ, ਠੀਕ ਹੈ। ਸੈਕਿੰਡ ਆਪਾਂ ਦੇਖੀਏ ਤੇ ਦੈਟ ਇਜ਼ ਹੋਮਿਓਪੈਥੀ ਰਾਈਟ ਨਾਓ।
ਸੋ ਐਲੋਪੈਥੀ ਦੀ ਆਪਣੀ ਜਿੱਥੇ ਸਾਨੂੰ ਸਰਜਰੀ ਦੀ ਲੋੜ ਹੈ, ਕੋਈ ਐਮਰਜੈਂਸੀ ਸਿਚੁਏਸ਼ਨਸ ਹੈ, ਐਕਸੀਡੈਂਟਲ ਕੇਸਿਸ ਹੈ, ਜੀ ਜਾਂ ਫਿਰ ਬਹੁਤ ਸਾਰੇ ਡਿਜ਼ੀਜ਼ਸ ਇੱਦਾਂ ਦੀਆਂ ਨੇ ਜਿਨ੍ਹਾਂ ਨੂੰ ਆਪਾਂ ਵਿਦਆਊਟ ਐਨੀ ਕਾਈਂਡ ਆਫ ਇੱਦਾਂ ਦੀ ਕੋਈ ਮਤਲਬ ਐਲੋਪੈਥੀ ਟ੍ਰੀਟਮੈਂਟ ਤੋਂ ਬਿਨਾਂ ਨਹੀਂ ਆਪਾਂ ਉਹਨੂੰ ਛੱਡ ਸਕਦੇ। ਸੋ ਐਜ਼ ਅ ਹੋਮਿਓਪੈਥ ਉੱਥੇ ਮੇਰਾ ਵੀ ਰੋਲ ਆ ਜਾਂਦਾ ਹੈ ਕਿ ਮੈਂ ਹਰ ਚੀਜ਼ ਨੂੰ ਆਪਣੇ ਕੋਲ ਫੜ ਕੇ ਨਹੀਂ ਰੱਖ ਸਕਦੀ, ਜੀ ਤੇ ਰੱਖਣਾ ਵੀ ਨਹੀਂ ਚਾਹੀਦਾ, ਬਿਕੋਜ਼ ਦੈਟ ਵੀ ਆਰ ਡੂਇੰਗ ਰੋਂਗ ਵਿਦ ਦ ਪੇਸ਼ੈਂਟ, ਹੈ ਨਾ। ਤੇ ਪੇਸ਼ੈਂਟ ਨੂੰ ਸਹੀ ਗਾਈਡ ਕਰਨਾ ਵੀ ਕਿ ਇਸ ਟਾਈਮ ਤੇ ਇਹਨਾਂ ਦੀ ਇਹ ਸਿਚੁਏਸ਼ਨਸ ਦੇ ਹਿਸਾਬ ਨਾਲ ਵੀ ਕੈਨ ਗੋ ਵਿਦ ਹੋਮਿਓਪੈਥੀ, ਔਰ ਆਪਾਂ ਉਹਨਾਂ ਨੂੰ ਗਾਈਡ ਕਰੀਏ ਕਿ ਤੁਸੀਂ ਐਲੋਪੈਥੀ ਵੱਲ ਕੁਝ ਸਪੈਸੀਫਿਕ ਟ੍ਰੀਟਮੈਂਟ ਲਈ ਮੂਵ ਕਰੋ। ਜੀ ਤੇ ਹਰ ਪੈਥੀ ਦੀ ਆਪਣੀ ਸਪੇਸ ਹੁੰਦੀ ਹੈ, ਸੋ ਵੀ ਰਿਸਪੈਕਟ ਕਿ ਨਹੀਂ, ਜਿੱਥੇ ਐਲੋਪੈਥੀ ਦੀ ਲੋੜ ਹੈ ਉੱਥੇ ਪੇਸ਼ੈਂਟ ਨੂੰ ਵੀ ਸ਼ੁੱਡ ਗਾਈਡ ਕਿ ਹਾਂ ਉਹ ਐਲੋਪੈਥੀ ਵੱਲ ਜਾਣ। ਜੀ ਤੇ ਜਿਹੜੀ ਪ੍ਰੋਬਲਮਸ 'ਚ ਆਪਾਂ ਪੇਸ਼ੈਂਟ ਨੂੰ ਕੰਪਲੀਟਲੀ ਕਿਉਰ ਕਰ ਸਕਦੇ ਨੇ, ਉਹਨਾਂ ਦੀ ਰੂਟ ਕਾਜ਼ ਨੂੰ, ਡਿਜ਼ੀਜ਼ ਨੂੰ ਠੀਕ ਕਰ ਸਕਦੇ ਨੇ, ਤੇ ਉੱਥੇ ਸਾਨੂੰ ਪੈਲੀਏਸ਼ਨ ਦੀ ਲੋੜ ਨਹੀਂ ਹੈ, ਦੈਨ ਵੀ ਕੈਨ ਗੋ ਫॉर ਹੋਲਿਸਟਿਕ ਅਪਰੋਚ ਵਿਦ ਹੋਮਿਓਪੈਥੀ। ਜੀ ਸੋ ਮੈਨੂੰ ਲੱਗਦਾ ਹੈ ਕਿ ਦੋਨਾਂ ਦਾ ਇੱਕ ਅੱਛਾ ਰੋਲ ਹੈਗਾ ਹੈ ਸਾਡੀ ਲਾਈਫ 'ਚ, ਸਾਨੂੰ ਡਿਫਰੈਂਟ ਲੈਵਲਸ ਤੇ ਦੋਨਾਂ ਚੀਜ਼ਾਂ ਦੀ ਲੋੜ ਪੈ ਸਕਦੀ ਹੈ। ਅੱਛਾ, ਤੁਹਾਡੇ ਬਾਰੇ ਗੱਲ ਕਰੀਏ ਕਿ ਤੁਸੀਂ ਕਿਉਂ ਹੋਮਿਓਪੈਥੀ ਚੂਜ਼ ਕੀਤਾ, ਲਾਈਕ ਕੋਈ ਲਾਈਕ ਸਪੈਸੀਫਿਕ ਇਨਸੀਡੈਂਟਸ, ਔਰ ਲਾਈਕ ਬਚਪਨ ਤੋਂ ਹੀ ਤੁਸੀਂ ਚਾਹੁੰਦੇ ਸੀਗੇ ਇਸ ਫੀਲਡ 'ਚ ਆਉਣਾ? ਟੂ ਬੀ ਓਨੈਸਟ ਕੋਈ ਇਦਾਂ ਦਾ ਉਹ ਨਹੀਂ ਸੀਗਾ ਕਿ ਮੈਂ ਵੱਡੇ ਹੋ ਕੇ ਹੋਮਿਓਪੈਥ ਹੀ ਬਣਨਾ ਹੈ, ਰਾਈਟ। ਸੋ ਬਟ ਜਦੋਂ ਮੈਂ ਹੋਮਿਓਪੈਥੀ ਸ਼ੁਰੂ ਕੀਤੀ ਹੈ, ਚਾਹੇ ਕਾਲਜ ਸ਼ੁਰੂ ਹੋਇਆ, ਸਟੱਡੀਜ਼ ਹੋਣੀ ਸ਼ੁਰੂ ਹੋਈਆਂ, ਜੀ ਸੋ ਜਦੋਂ ਆਪਾਂ ਟੀਚਰਸ ਦੇਖਦੇ ਸੀ ਆਪਣੇ, ਸੋ ਬਹੁਤ ਲੋਕੀ ਵਟ ਆਈ ਕੈਨ ਸੇ ਕਿ ਹੋਮਿਓਪੈਥਸ ਮੇ ਬੀ ਅੰਡਰ ਕੌਨਫੀਡੈਂਸ ਹੁੰਦੇ, ਆਈ ਡੋਂਟ ਨੋ ਵਾਈ, ਜਦ ਕਿ ਹੋਮਿਓਪੈਥੀ 'ਚ ਇੰਨਾ ਕੁਛ ਹੈਗਾ ਹੈ, ਇੰਨਾ ਕੁਛ ਹੈਗਾ ਹੈ ਕਿ ਵੀ ਕੈਨ ਡੂ ਫਾਰ ਬੈਟਰ ਦੈਨ ਐਨ ਐਲੋਪੈਥ। ਜੀ ਠੀਕ ਹੈ, ਬਟ ਥਿੰਗ ਇਜ਼ ਦੈਟ ਕਿ ਸਾਨੂੰ ਟਰਸਟ ਹੋਣਾ ਚਾਹੀਦਾ ਆਪਣੀ ਨੌਲੇਜ ਤੇ, ਆਪਣੇ ਰਿਜ਼ਲਟਸ ਤੇ। ਜੀ ਸੋ ਜਦੋਂ ਮੈਂ ਆਪਣੇ ਇੱਕ ਛੋਟਾ ਜਿਹਾ ਇਨਸੀਡੈਂਸ ਹੋਇਆ ਸੀ ਕਿ ਇੰਨਾ ਆਪਣਾ ਇੰਟਰਸਟ ਨਹੀਂ ਸੀ, ਯੰਗ ਜੀ ਏਜ 'ਚ ਹੁੰਦੇ ਸੀ ਆਪਾਂ। ਸੋ ਇੱਕ ਸਾਡੇ ਬਹੁਤ ਸੀਨੀਅਰ ਟੀਚਰ ਹੁੰਦੇ ਸੀ, ਨਾਓ ਡੇਜ਼ ਹੀ ਇਜ਼ ਇਨ ਹੰਡਰਡਸ, ਆਈ ਥਿੰਕ ਏਜ 90+ ਹੋਣਗੇ ਸਰ। ਤੇ ਦੈਟ ਟਾਈਮ ਵਨ ਪੇਸ਼ੈਂਟ ਕੇਮ ਟੂ ਹਿਮ, ਤੇ ਜਦੋਂ ਪੇਸ਼ੈਂਟ ਆਇਆ ਰੋਂਦਾ ਰੋਂਦਾ ਆਇਆ, ਉਹਦੇ ਕੁਝ ਪਰਸਨਲ ਇਸ਼ੂਜ਼ ਸੀਗੇ। 35-36 ਇਅਰਸ ਦਾ ਮੇਲ ਸੀ, ਮਤਲਬ ਉਹ ਇੰਨਾ ਡਿਪਰੈਸ ਸੀ ਲਾਈਫ ਤੋਂ, ਉਹਦੇ ਕੁਝ ਪਰਸਨਲ ਇਸ਼ੂਜ਼ ਸੀਗੇ, ਕੁਝ ਪ੍ਰੋਬਲਮ ਸੀਗੀਆਂ, ਤੇ ਜਾ ਕੇ ਡਾਕਟਰ ਦੇ ਪੈਰਾਂ 'ਚ ਪੈ ਗਿਆ। ਸੋ ਥੋੜਾ ਉਸ ਟਾਈਮ ਦੀ ਗੱਲ ਹੈ, 2010-11 ਦੀ ਗੱਲ ਹੈ। ਥੋੜਾ ਪੇਸ਼ੈਂਟ ਨੂੰ ਸ਼ਾਈਨੈਸ ਫੀਲ ਹੋਇਆ, ਤੇ ਨਾ ਇੱਕ ਕਮ ਆਊਟਸਾਈਡ ਕਿ ਮੈਂ ਬਾਹਰ ਆ ਗਈ। ਆਫਟਰ 3 ਡੇਜ਼ ਉਦੋਂ ਸਰ ਨੇ ਮੈਨੂੰ ਇੱਕ ਮੈਡੀਸਨ ਦੱਸੀ ਹੈ, ਤੇ ਉਹ ਪੇਸ਼ੈਂਟ ਨੂੰ ਆਪਾਂ ਉਹ ਮੈਡੀਸਨ ਦਿੱਤੀ ਹੈ। ਜੀ ਆਈ ਵਾਜ਼ ਪ੍ਰੈਕਟਿਸਿੰਗ ਵਿਦ ਹਿਮ, ਤੇ ਜਦੋਂ ਮੈਡੀਸਨ ਦਿੱਤੀ, ਆਫਟਰ 3 ਡੇਜ਼ ਜਦੋਂ ਬੰਦਾ ਆਇਆ, ਉਹ ਰੋ ਰਿਹਾ ਸੀ, ਬਟ ਉਹ ਖੁਸ਼ੀ ਨਾਲ ਰੋ ਰਿਹਾ ਸੀ, ਬਿਕੋਜ਼ ਹੀ ਵਾਜ਼ ਵੈਰੀ ਹੈਪੀ, ਉਹਨੂੰ ਕੰਪਲੀਟ ਰਿਜ਼ਲਟ ਅੱਛੇ ਮਿਲੇ ਸੀ। ਆਈ ਵਾਜ਼ ਸ਼ੌਕਡ ਕਿ ਯਾਰ 3 ਦਿਨਾਂ 'ਚ ਇਹੋ ਜਿਹਾ ਕੀ ਹੋ ਗਿਆ। ਦੈਨ ਦੈਟ ਗਿਵਸ ਮੀ ਅ ਕਿਕ ਕਿ ਮੈਨੂੰ ਜੀ ਇੰਟਰਸਟ ਲੱਗਿਆ ਹੋਮਿਓਪੈਥੀ 'ਚ ਕਿ ਯਾਰ ਕੁਛ ਹੈਗਾ ਇਹਦੇ 'ਚ। ਜੀ ਸੋ ਜਦੋਂ ਆਪਾਂ ਸਟੱਡੀ ਕਰਨ ਲੱਗੇ ਹਾਂ, ਫਿਰ ਆਪਾਂ ਹੁਣ ਵੀ ਆਪਣੇ ਪ੍ਰੈਕਟਿਸ ਦੇ ਡਿਊਰਿੰਗ ਵੀ ਆਪਾਂ ਜਦੋਂ ਰਿਜ਼ਲਟਸ ਦੇਖਦੇ ਹਾਂ, ਉਹ ਚੀਜ਼ਾਂ ਇੰਟਰਨਲ ਇੱਕ ਹੈਪੀਨੈਸ ਤਾਂ ਦਿੰਦੀਆਂ, ਜੀ ਤੁਹਾਨੂੰ ਸੈਟਿਸਫੈਕਸ਼ਨ ਆਉਂਦੀ ਹੈ, ਤੁਹਾਨੂੰ ਕੌਨਫੀਡੈਂਸ ਆਉਂਦਾ ਹੈ। ਸੋ ਡੈਫੀਨੇਟਲੀ ਮੇਰਾ ਟਰਸਟ ਹੋਮਿਓਪੈਥੀ ਲਈ, ਮੇਰੇ ਪੇਸ਼ੈਂਟਸ ਦਾ ਟਰਸਟ ਹੋਮਿਓਪੈਥੀ ਲਈ, ਉਹ ਚੀਜ਼ ਸਾਨੂੰ ਇੱਕ ਰੂਟੀਨ ਦੈਟ ਇਜ਼ ਅ ਸੋਰਸ ਆਫ ਮੋਟੀਵੇਸ਼ਨ ਟੂ ਅਸ। ਆਪਾਂ ਗੱਲ ਕਰਦੇ ਐਲੋਪੈਥੀ ਬਾਰੇ, ਹੋਮਿਓਪੈਥੀ ਬਾਰੇ, ਤਾਂ ਐਲੋਪੈਥੀ ਦਾ ਕੀ ਆਈ ਥਿੰਕ ਕਹਿ ਸਕਦੇ ਕਿ ਸੱਚਾਈ ਕਹਿ ਸਕਦੇ ਜਾਂ ਮਿਥ ਕਹਿ ਸਕਦੇ ਕਿ ਇਹ ਸਿੰਪਟਮਸ ਨੂੰ ਜ਼ਿਆਦਾ ਕਿਉਰ ਕਰਦਾ ਹੈ, ਕਿ ਹੋਮਿਓਪੈਥੀ ਦਾ ਵੀ ਇਵੇਂ ਹੈ ਕਿ ਜਾਂ ਫਿਰ ਉਹ ਰੂਟ ਕੋਜ਼ ਤੇ ਕੰਮ ਕਰਦੀ ਹੈ ਜਾ ਕੇ? ਦੇਖੋ, ਐਲੋਪੈਥੀ ਸਿਸਟਮ, ਹਰ ਇੱਕ ਸਿਸਟਮ ਦਾ ਇੱਕ ਲਾਅ ਹੁੰਦਾ। ਆਪਾਂ ਹੋਮਿਓਪੈਥੀ ਬਾਰੇ ਗੱਲ ਕਰੀਏ ਤੇ ਇਟ ਵਰਕਸ ਔਨ ਅ ਲਾਅ, ਜਿਹੜਾ ਵਰਕ ਹੈ ਕਿ ਸਿਮਿਲੀਆ ਸਿਮਿਲੀਬਸ ਕੁਰੈਂਚਰ, ਰਾਈਟ। ਕਿ ਜਿਹੜੀ ਚੀਜ਼ 'ਚ ਕਿਸੇ ਚੀਜ਼ ਨੂੰ ਪ੍ਰੋਡਿਊਸ ਕਰਨ ਦੀ ਪਾਵਰ ਹੈ, ਉਹਦੇ 'ਚੋਂ ਪਾਵਰ ਹੈ ਕਿ ਉਹ ਉੱਦਾਂ ਦੇ ਸਿੰਪਟਮਸ ਨੂੰ ਠੀਕ ਵੀ ਕਰ ਸਕਦੀ ਹੈ। ਜਿਵੇਂ ਆਪਾਂ ਸਿੰਪਲ ਜਿਹਾ ਐਗਜ਼ਾਮਪਲ ਲੋਕੀ ਅਨੀਅਨ ਦਾ ਲੈ ਲੈਂਦੇ ਹੈ, ਕਿ ਜੇ ਅਨੀਅਨ ਨਾਰਮਲੀ ਆਪਾਂ ਯੂਜ਼ ਕਰਦੇ ਹਾਂ ਜਦੋਂ, ਤੇ ਸਾਨੂੰ ਅੱਖਾਂ 'ਚੋਂ ਪਾਣੀ, ਹੈ ਨਾ, ਬਰਨਿੰਗ ਸੈਂਸੇਸ਼ਨ, ਉੱਦਾਂ ਦੇ ਸਿੰਪਟਮਸ ਆਉਂਦੇ ਆ। ਤੇ ਜਦੋਂ ਵੀ ਸਾਨੂੰ ਬੋਡੀ 'ਚ ਕੋਰਾਈਜ਼ਾ ਲਾਈਕ ਸਿੰਪਟਮਸ ਆਉਂਦੇ ਆ, ਜੀ ਤੇ ਉਸ ਟਾਈਮ ਤੇ ਇਫ ਵੀ ਗਿਵ ਦ ਮੈਡੀਸਨ ਜਿਹੜੀ ਕਿ ਅਨੀਅਨ ਤੋਂ ਬਣੀ ਹੁੰਦੀ ਹੈ, ਦੈਟ ਇਜ਼ ਏਲੀਅਮ ਸੀਪਾ ਨਾ, ਸੋ ਉਹ ਇਮੀਡੀਏਟਲੀ ਸਾਨੂੰ ਰਿਜ਼ਲਟਸ ਦਿੰਦੀ ਹੈ, ਤੇ ਦਿੰਦੀ ਵੀ ਹੈਗੀ ਹੈ। ਦੈਟਸ ਵੈਰੀ ਇਫੈਕਟਿਵ ਮੈਡੀਸਨ। ਸੋ ਇਹ ਬੇਸਿਕ ਲਾਅ ਹੈਗਾ ਹੋਮਿਓਪੈਥੀ ਦਾ। ਐਲੋਪੈਥੀ ਦੀ ਆਪਾਂ ਗੱਲ ਕਰੀਏ ਤੇ ਉਹਦੇ 'ਚ ਬੇਸਿਕਲੀ ਆਪੋਜ਼ਿਟਸ ਚੱਲਦੇ ਨੇ। ਆਪਾਂ ਕੀ ਹੁੰਦਾ ਕਿ ਫੀਵਰ ਆ ਗਿਆ, ਤੁਹਾਨੂੰ ਟੈਂਪਰੇਚਰ ਵੱਧ ਗਿਆ ਬੋਡੀ ਦਾ, ਵਟ ਵੀ ਡੂ, ਆਪਾਂ ਕੀ ਕਰਦੇ ਹਾਂ, ਆਪੋਜ਼ਿਟ ਚੱਲਦੇ ਹਾਂ। ਆਪਾਂ ਟੈਂਪਰੇਚਰ ਘਟਾਉਣ ਦੀ ਚੀਜ਼ਾਂ, ਆਪਾਂ ਕੋਲਡ ਸਪੌਂਜਿੰਗ ਸ਼ੁਰੂ ਕਰਦੇ ਹਾਂ, ਆਪਾਂ ਡੋਲੋ ਦਿੰਦੇ ਹਾਂ ਬੋਡੀ ਨੂੰ ਹਾਈਪੋਥਰਮਿਕ ਕੰਡੀਸ਼ਨ 'ਚ ਲੈ ਕੇ ਜਾਂਦੇ ਹਾਂ, ਪੈਰਾਸੀਟਾਮੋਲ ਦਿੰਦੇ ਹਾਂ। ਸੋ ਉਹਨਾਂ ਦੀ ਪੈਥੀ ਦਾ ਉਹ ਸਿਸਟਮ ਅਲੱਗ ਹੈ ਕਿ ਇਹ ਚੀਜ਼ ਨੂੰ ਪ੍ਰੂਵਨ ਕਲੀਨਿਕਲੀ ਕਰਕੇ ਉਹ ਆਪੋਜ਼ਿਟ ਵਿੱਚ ਕੰਮ ਕਰਦੇ ਆ। ਬਟ ਹੋਮਿਓਪੈਥੀ 'ਚ ਇਹ ਚੀਜ਼ ਬਹੁਤ ਉਹ ਹੈ ਕਿ ਹਾਂ, ਇਹ ਚੀਜ਼ ਨੂੰ ਜਿਹੜੀ ਜਦੋਂ ਵੀ ਆਪਣੀ ਮੈਡੀਸਨਸ ਪ੍ਰੋਡਿਊਸ ਹੁੰਦੀਆਂ ਨੇ, ਉਹਨਾਂ ਦਾ ਇੱਕ ਬੇਸਿਕ ਡਿਫਰੈਂਸ ਹੁੰਦਾ ਹੈ। ਬਿਕੋਜ਼ ਜੋ ਹੋਮਿਓਪੈਥੀ ਮੈਡੀਸਨਸ ਦੀ ਜਦੋਂ ਆਪਾਂ ਪ੍ਰੂਵਨ ਕਰਦੇ ਹਾਂ, ਕੋਈ ਵੀ ਡਰਗ ਸਬਸਟੈਂਸ ਹੈ, ਕਿਸੇ ਵੀ ਕਿੰਗਡਮ ਤੋਂ ਆਪਾਂ ਲਿਆ, ਐਨੀਮਲ ਕਿੰਗਡਮ, ਮਿਨਰਲ ਕਿੰਗਡਮ, ਪਲਾਂਟ ਕਿੰਗਡਮ, ਹੈ ਨਾ, ਜਦੋਂ ਵੀ ਲੈਂਦੇ ਆ,
ਉਹਦੇ ਜਦੋਂ ਮੈਡੀਸਿਨਸ ਬਣਦੀਆਂ, ਹੋਮਿਓਪੈਥੀ ਦੇ ਆਪਣੇ ਪ੍ਰੋਸੈਸ ਹੁੰਦੇ ਆ ਬਣਾਉਣ ਦੇ, ਆਪਣੀ ਫਾਰਮੇਸੀ ਡਿਫਰੈਂਟ ਹੁੰਦੀ ਹੈ। ਬੇਸਿਕਲੀ ਵੀ ਡੂ 2 ਮੈਥਡਸ, ਪੋਟੈਂਟਾਈਜੇਸ਼ਨ ਐਂਡ ਟ੍ਰਿਚੁਏਸ਼ਨ। ਉਹ ਮੈਥਡ ਦੇ ਥਰੂ ਜਦੋਂ ਅਸੀਂ ਮੈਡੀਸਿਨਸ ਦੀ ਵਾਈਟਲ ਐਨਰਜੀਜ਼ ਨੂੰ ਐਕਟੀਵੇਟ ਕਰਦੇ ਹਾਂ, ਉਹਨਾਂ ਨੂੰ ਪੋਟੈਂਟਾਈਜ਼ ਕਰਦੇ ਹਾਂ, ਟ੍ਰਿਚੁਏਟ ਕਰਦੇ ਹਾਂ, ਤੇ ਮੈਡੀਸਿਨ ਦੀ ਵੈਲਿਊਜ਼ ਬਣ ਜਾਂਦੀਆਂ ਨੇ, ਰਾਈਟ। ਸੋ ਉਹ ਚੀਜ਼ਾਂ ਕੀ ਕਰਦੀਆਂ, ਤੁਹਾਡੀ ਪ੍ਰੋਬਲਮ ਦੇ ਰੂਟ ਕਾਜ਼ 'ਤੇ ਕੰਮ ਕਰਦੀਆਂ। ਸਿੰਪਟਮਸ ਤਾਂ ਡੈਫੀਨੇਟਲੀ ਠੀਕ ਹੁੰਦੇ ਹੀ ਹੁੰਦੇ ਆ, ਬਟ ਜੋ ਰੀਜ਼ਨ ਹੁੰਦਾ ਹੈ ਬੋਡੀ 'ਚ, ਜਿਹੜੀ ਚੀਜ਼ ਨੂੰ, ਫੋਰਸ ਨੂੰ, ਆਪਣੀ ਵਾਈਟਲ ਫੋਰਸ ਨੂੰ ਜਿਹੜੀ ਡੀਅਰੇਂਜ ਕਰ ਰਹੀ ਹੁੰਦੀਆਂ, ਆਪਾਂ ਉਹਨੂੰ ਵੀ ਬੈਲੈਂਸ ਕਰ ਦਿੰਦੇ ਹਾਂ। ਸੋ ਆਪਾਂ ਕਹਿ ਸਕਦੇ ਹਾਂ ਵੀ ਹੋਮਿਓਪੈਥੀ ਇੱਕ ਬੈਲੈਂਸਡ ਹੋਲਿਸਟਿਕ ਅਪਰੋਚ ਹੈਗੀ ਹੈ। ਇੱਕ ਅੱਛੇ ਲਾਈਫ ਸਟਾਈਲ ਦੇ ਨਾਲ, ਹੋਮਿਓਪੈਥੀ ਦੇ ਨਾਲ ਆਪਾਂ ਇੱਕ ਅੱਛੀ ਲਾਈਫ ਸਟਾਈਲ ਮੇਨਟੇਨ ਕਰ ਸਕਦੇ ਹਾਂ ਆਪਣਾ, ਤੇ ਇੱਕ ਹੈਲਦੀ ਲਾਈਫ ਜੀ ਸਕਦੇ ਹਾਂ। ਅੱਛਾ, ਗੱਲ ਕਰੀਏ ਬੇਸਿਕਲੀ ਲਾਈਕ ਇੱਕ ਮਹਾਮਾਰੀ ਦੀ ਗੱਲ ਕਰ ਲਈਏ ਨਾ, ਲਾਈਕ ਬੋਲਦੇ ਹਾਂ ਆਪਾਂ ਜਿਵੇਂ ਇਰੈਗੂਲਰ ਮੈਂਸਟਰੁਅਲ ਸਾਈਕਲ ਹੋ ਗਿਆ, ਪੇਨਫੁਲ ਪੀਰੀਅਡਸ ਹੋ ਗਏ ਜਾਂ ਵਾਈਟ ਡਿਸਚਾਰਜ, ਤੁਹਾਨੂੰ ਕੀ ਲੱਗਦਾ ਕਿ ਹੋਮਿਓਪੈਥੀ ਇਸ ਚੀਜ਼ ਬਾਰੇ ਵੀ ਜ਼ਿਆਦਾ ਇਫੈਕਟਿਵ ਹੈ ਐਜ਼ ਕੰਪੇਅਰ ਟੂ ਐਲੋਪੈਥੀ? ਡੈਫੀਨੇਟਲੀ। ਦੇਖੋ, ਐਲੋਪੈਥੀ 'ਚ ਬੇਸਿਕ ਕੁਛ ਲਾਈਨ ਆਫ ਟਰੀਟਮੈਂਟਸ ਹੁੰਦੇ ਆ ਜਿਹੜੇ ਪ੍ਰੋਲੋਂਗ ਟਰਮ ਲੈਣੇ ਪੈਂਦੇ ਆ। ਉਹਦੇ 'ਚ ਕੋਈ ਗੱਲ ਨਹੀਂ ਕਰਦਾ ਕਿ ਹਾਂ ਇੰਨੀ ਜ਼ਿਆਦਾ ਲੈ ਰਹੇ ਹਾਂ ਆਪਾਂ, ਉਹਦੇ ਆਪਣੇ ਸਾਈਡ ਇਫੈਕਟਸ ਹੁੰਦੇ ਨੇ, ਇਹ ਸਾਰਿਆਂ ਨੂੰ ਪਤਾ ਹੈ। ਇਹਦੇ 'ਚ ਕੋਈ ਲੁਕੀ ਹੋਈ ਚੀਜ਼ ਨਹੀਂ ਹੈਗੀ ਹੈ। ਇਨਫੈਕਟ ਡਰੱਗਸ ਕੰਪਨੀਜ਼ ਵੀ ਕੰਟਰੋਲ ਕਰਦੀਆਂ ਰਹਿੰਦੀਆਂ ਉਹਨਾਂ ਦੇ ਯੂਜ਼ਸ ਨੂੰ, ਉਹਨਾਂ ਦੀ ਕੰਜ਼ਪਸ਼ਨ ਨੂੰ ਟਾਈਮ ਟੂ ਟਾਈਮ। ਬਟ ਇੰਡੀਆ 'ਚ ਇਹ ਚੀਜ਼ਾਂ ਥੋੜ੍ਹੀਆਂ ਵੇਗਲੀ ਚੱਲਦੀਆਂ ਨੇ, ਇੱਥੇ ਉਨਾ ਡਰੱਗ ਕੰਟਰੋਲ ਨਹੀਂ ਹੈਗਾ। ਸੋ ਆਪਾਂ ਕੰਜ਼ਿਊਮ ਕਰੀ ਜਾਂਦੇ ਬਿਕੋਜ਼ ਓਵਰ ਦ ਕਾਊਂਟਰ ਡਰੱਗਸ ਮਿਲੀ ਜਾਂਦੀਆਂ। ਸੋ ਲੌਂਗ ਟਰਮ 'ਚ ਉਹ ਤੁਹਾਡੀ ਬਾਡੀ ਨੂੰ, ਤੁਹਾਡੀ ਇਮਿਊਨਿਟੀ ਨੂੰ ਹੋਰ ਜ਼ਿਆਦਾ ਹਾਰਮ ਕਰਦੀਆਂ ਨੇ। ਸੋ ਜਦੋਂ ਆਪਾਂ ਹੋਮਿਓਪੈਥੀ ਦੀ ਗੱਲ ਕਰੀਏ, ਜਿੰਨੇ ਵੀ ਫੀਮੇਲ ਇਸ਼ੂਜ਼ ਨੇ, ਜਿਵੇਂ ਚਾਹੇ ਉਹਨਾਂ ਨੂੰ ਲਿਊਕੋਰੀਆ ਦੀ ਪ੍ਰੋਬਲਮ ਹੈ, ਇਰੈਗੂਲਰ ਮੈਂਸਸ ਦੀ ਪ੍ਰੋਬਲਮ ਹੈ, ਮੈਟਰੋਰੇਜੀਆ ਆਪਾਂ ਕਹਿੰਦੇ ਹਾਂ, ਐਮੀਨੋਰੇਜੀਆ ਕਹਿੰਦੇ ਆਪਾਂ, ਤੇ ਐਮੀਨੋਰੀਆ ਦੀ ਪ੍ਰੋਬਲਮ, ਜਾਂ PCOD ਦੇ ਕੇਸਿਸ ਜਿਵੇਂ ਹੁੰਦੇ ਆ ਫੀਮੇਲਸ 'ਚ, ਜਾਂ ਫਿਰ ਫੀਮੇਲਸ 'ਚ ਆਪਾਂ ਗੱਲ ਕਰੀਏ ਫਾਈਬਰੋਇਡਸ, ਯੂਟਰਾਈਨ ਫਾਈਬਰੋਇਡਸ ਦੀ ਪ੍ਰੋਬਲਮ ਆਉਂਦੀ ਹੈ, ਐਂਡੋਮੀਟਰੀਓਸਿਸ ਆਉਂਦੀ ਹੈ। ਇਹ ਸਾਰੀ ਪ੍ਰੋਬਲਮ 'ਚ ਆਪਾਂ ਕਾਫੀ ਹੱਦ ਤੱਕ ਉਹ ਚੀਜ਼ਾਂ ਨੂੰ ਰੂਟ ਕਾਜ਼ ਤੋਂ ਠੀਕ ਕਰਦੇ ਹਾਂ। ਅਸੀਂ ਆਪ ਦੇਖਦੇ ਹਾਂ ਕਿ 8-10 ਸਾਲ ਹੋ ਗਏ ਪੇਸ਼ੈਂਟਸ ਨੂੰ, ਕੋਈ ਸਿੰਪਟਮਸ ਨਹੀਂ ਆ ਰਹੇ, ਪੇਸ਼ੈਂਟ ਬਿਲਕੁਲ ਠੀਕ ਹੈ। ਸਾਡੇ ਕੋਲ ਅਲਟਰਾਸਾਊਂਡ ਦੀ ਰਿਪੋਰਟਸ ਹੁੰਦੀਆਂ, ਕਲੀਨਿਕਲੀ ਉਹਨਾਂ ਦੇ ਸਿੰਪਟਮਸ ਹੁੰਦੇ ਆ। ਪੇਸ਼ੈਂਟ ਜਦੋਂ ਆਪਣੇ ਮੂੰਹੋਂ ਕਹਿ ਰਿਹਾ, ਆਪਾਂ ਰਿਪੋਰਟਸ ਦੇਖ ਰਹੇ ਨੇ। ਸੋ ਦੈਟ ਥਿੰਗਸ ਕਿ ਹਾਂ ਆਪਾਂ ਕੰਮ ਕਰ ਰਹੇ ਹਾਂ ਉਸ ਚੀਜ਼ 'ਤੇ ਪ੍ਰੋਬਲਮ ਨੂੰ ਰੂਟ ਤੋਂ ਠੀਕ ਕਰ ਰਹੇ ਨੇ। ਇਹ ਜਿਹੜੀ ਕੰਡੀਸ਼ਨ ਆਈ ਥਿੰਕ ਬਹੁਤ ਹੋ ਰਹੀ ਹੈ, ਲਾਈਕ ਬਹੁਤ ਚੱਲ ਰਹੀ, PCOD ਜਾਂ PCOS ਬਾਰੇ ਆਪਾਂ ਗੱਲ ਕਰੀਏ, ਲਾਈਕ ਹੁੰਦੀ ਕਿਉਂ ਹੈ ਬੇਸਿਕਲੀ ਇਹ? PCOD ਮੀਨਸ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਜੀ, ਐਂਡ PCOS ਮੀਨਸ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ। ਸੋ ਜਦੋਂ PCOD ਦੀ ਗੱਲ ਕਰਦੇ ਹਾਂ, ਇਟ ਮੀਨਸ ਕਿ ਉਹ ਤੁਹਾਡੇ ਸਿਰਫ ਓਵਰੀਜ਼ ਤੱਕ ਇਫੈਕਟ ਕਰ ਰਹੀ ਹੈ। ਤੁਹਾਨੂੰ ਅਫੈਕਟ ਇਹ ਕਰ ਰਹੀ ਹੈ ਕਿ ਜਿਹੜੇ ਤੁਹਾਡੀ ਓਵਰੀਜ਼ 'ਚ ਫੋਲੀਕਲਸ ਬਣਨੇ ਸੀ ਜੀ, ਉਹ ਸਿਸਟ ਦੀ ਫਾਰਮ 'ਚ ਬਣ ਰਹੇ ਨੇ, ਠੀਕ ਹੈ। ਸੋ ਉਹਦੇ ਰੀਜ਼ਨਸ ਇਹ ਯੰਗ ਫੀਮੇਲਸ 'ਚ ਦੇਖਣ ਨੂੰ ਬਹੁਤ ਕਾਮਨ ਮਿਲਦਾ ਹੈ ਅੱਜ ਕੱਲ੍ਹ ਤੇ ਮਤਲਬ 35+ ਵੀ ਲੇਡੀਜ਼ ਨੂੰ ਇਹ ਚੀਜ਼ ਬਹੁਤ ਕਾਮਨ ਹੋ ਗਈ ਹੈ, ਠੀਕ ਹੈ। ਸੋ ਇਹਦੇ ਰੀਜ਼ਨਸ ਹੈ ਸਿਡੈਂਟਰੀ ਲਾਈਫ ਸਟਾਈਲ, ਪ੍ਰੀਜ਼ਰਵੇਟਿਵ ਵਾਲੇ ਫੂਡਸ ਲੈਣਾ ਬਹੁਤ ਜ਼ਿਆਦਾ, ਫਿਜ਼ੀਕਲ ਐਕਟੀਵਿਟੀ ਨਾ ਹੋਣਾ, ਓਵਰ ਸਟ੍ਰੈਸ ਲਾਈਫ, ਬਿਕੋਜ਼ ਇਹ ਕਿਤੇ ਨਾ ਕਿਤੇ ਸਾਡੇ ਹਾਰਮੋਨਸ ਨਾਲ ਲਿੰਕਡ ਹੁੰਦਾ ਹੈ। ਸੋ ਇਹ ਸਾਰੇ ਰੀਜ਼ਨਸ ਨੇ ਮਲਟੀਪਲ, ਤੇ ਬਹੁਤ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਅਵੋਇਡ ਨਹੀਂ ਕਰੀ ਜਾ ਸਕਦੀਆਂ। ਅੱਜ ਦੀ ਭੱਜ ਨੱਠ 'ਚ ਪੇਸ਼ੈਂਟ ਆਪਾਂ ਕਹਿ ਦਈਏ ਕਿ ਸਟ੍ਰੈਸ ਨਾ ਲਓ, ਇਟਸ ਨਾਟ ਪੋਸੀਬਲ, ਬਟ ਮੈਨੇਜ ਤਾਂ ਕਰਨਾ ਹੀ ਪੈਣਾ। ਸੋ ਆਪਣਾ ਲਾਈਫ ਸਟਾਈਲ ਆਪਾਂ ਮੇਨਟੇਨ ਕਰ ਸਕਦੇ ਹਾਂ, ਆਪਣਾ ਨਿਊਟ੍ਰੀਸ਼ਨ ਆਪਾਂ ਪ੍ਰੋਪਰ ਕਰ ਸਕਦੇ ਹਾਂ, ਆਪਾਂ ਫਿਜ਼ੀਕਲ ਐਕਟੀਵਿਟੀ ਡੇ ਰੂਟੀਨ 'ਚ ਆਪਣੇ ਐਕਸਰਸਾਈਜ਼, ਨਾਰਮਲ ਵਾਕਸ, ਐਟਲੀਸਟ 40 to 45 ਮਿੰਟਸ ਦਾ ਕੁਛ ਨਾ ਕੁਛ ਫਿਜ਼ੀਕਲ ਐਕਟੀਵਿਟੀ, ਐਨੀ ਗੇਮ, ਐਨੀ ਐਕਸਰਸਾਈਜ਼ਸ, ਕੁਛ ਵੀ ਕਰ ਸਕਦੇ ਹਾਂ। ਸੋ ਇੱਦਾਂ ਦੀ ਚੀਜ਼ਾਂ ਕਰਕੇ ਵੀ ਕੈਨ ਪ੍ਰੀਜ਼ਰਵ ਆਰਸੈਲਫ, ਅਸੀਂ ਬਚ ਸਕਦੇ ਨੇ ਉਹ ਬਿਮਾਰੀ। ਓਕੇ, ਤਾਂ ਤੁਹਾਡੇ ਹਿਸਾਬ ਨਾਲ ਮਤਲਬ ਕਿ ਸਿੰਪਟਮਸ ਕਿਵੇਂ ਸਟਾਰਟ ਹੋਣਾ, ਲਾਈਕ ਕੋਈ ਵੀ ਗੈਸ ਕਰ ਸਕਦਾ ਕਿ ਲਾਈਕ ਉਹਨੂੰ PCOS ਹੈ ਜਾਂ PCOD? ਇੰਨੇ ਕੁ ਸਾਲਾਂ ਦੀ ਐਕਸਪੀਰੀਅੰਸ ਤੋਂ ਆਪਾਂ ਪੇਸ਼ੈਂਟ ਨਾਲ ਗੱਲ ਵੀ ਨਹੀਂ ਕਰਦੇ। ਸਮਟਾਈਮਸ ਕੁੜੀਆਂ ਚੱਲ ਰਹੀਆਂ ਹੁੰਦੀਆਂ, 8-10 ਕੁੜੀਆਂ ਜਾ ਰਹੀਆਂ ਨੇ, ਉਹਨਾਂ ਦੇ ਬੋਡੀ ਟਾਈਪ ਤੋਂ ਵੀ ਪਤਾ ਚੱਲ ਜਾਂਦਾ ਕਿ ਸ਼ੀ ਕੈਨ ਹੈਵ ਥਾਇਰਾਇਡ ਇਸ਼ੂਜ਼, ਸ਼ੀ ਕੈਨ ਹੈਵ PCOD ਇਸ਼ੂਜ਼। ਸੋ ਬਿਕੋਜ਼ ਬੋਡੀ ਟਾਈਪ ਇੱਦਾਂ ਦਾ ਹੋ ਜਾਂਦਾ ਹੈ। ਬਟ ਵੀ ਥਿੰਕ ਕਿ ਅੱਛਾ ਮੇਲ ਹੈ ਤੇ ਮੈਸਕੂਲਾਈਨ ਹੋਏਗਾ, ਬਰੋਡ ਸ਼ੋਲਡਰਸ ਹੋਣਗੇ, ਹੈ ਨਾ, ਪੈਲਵਿਕ ਏਰੀਆ ਤੁਹਾਡਾ ਸ਼ਾਰਟ ਹੋਏਗਾ। ਸੋ ਫੀਮੇਲਸ 'ਚ ਇੱਦਾਂ ਦਾ ਬੋਡੀ ਸਟਰਕਚਰ ਹੋਣਾ ਸ਼ੁਰੂ ਹੋ ਜਾਂਦਾ ਹੈ। ਓਕੇ। ਅਦਰਵਾਈਜ਼ ਫੀਮੇਲਸ ਟੈਂਡ ਕਰਦੀਆਂ ਕਿ ਹਾਂ ਉਹਨਾਂ ਦਾ ਪੈਲਵਿਕ ਬਰੋਡ ਹੋਏਗਾ, ਸ਼ੋਲਡਰਸ ਨੈਰੋ ਹੋਣਗੇ। ਸੋ ਫਿਗਰ ਚੇਂਜ ਹੋਣਾ, ਬੁਫੈਲੋਜ਼ ਹੰਪ ਬਣਨਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਆਪਾਂ ਕਹੀਏ ਨੈਕ ਤੇ ਹੰਪ ਆਉਣਾ, ਓਵਰਵੇਟ ਹੋਣਾ ਸ਼ੁਰੂ ਹੋ ਜਾਂਦਾ ਹੈ। ਦੈਨ ਹੇਅਰਸ ਥਿਨਿੰਗ ਬਹੁਤ ਕਾਮਨ ਹੈ ਜੋ ਆਪਾਂ ਦੇਖ ਸਕਦੇ ਹਾਂ। ਆਊਟ ਗਰੋਥ ਹੇਅਰਸ ਦੀ, ਜਿਵੇਂ ਬੀਅਰਡ ਏਰੀਆ ਤੇ ਹੇਅਰਸ ਆਉਣਾ, ਹਿਰਸੂਟਿਜ਼ਮ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਸਿੰਪਟਮਸ ਐਕਸਟਰਨਲ ਕਾਫੀ ਚੀਜ਼ਾਂ ਫੈਕਟਰ ਹੁੰਦੇ ਆ ਜਿਹੜੇ ਸਾਨੂੰ ਲੱਗ ਜਾਂਦਾ ਕਿ ਇਹ ਪੇਸ਼ੈਂਟ ਨੂੰ ਇਹ ਪ੍ਰੋਬਲਮ ਹੋ ਸਕਦੀ ਹੈ,
ਠੀਕ ਹੈ। ਫਿਰ ਜਦੋਂ ਆਪਾਂ ਹਿਸਟਰੀ ਲੈਂਦੇ ਹਾਂ ਪੇਸ਼ੈਂਟ ਤੋਂ, ਜਦੋਂ ਕਲੀਨਿਕਲੀ ਗੱਲ ਕਰਦੇ ਹਾਂ, ਪੁੱਛਦੇ ਹਾਂ, ਤੇ ਉੱਥੇ ਸਾਈਕਲਸ ਇਰੈਗੂਲਰ ਹੁੰਦੇ ਆ, ਜਿਹੜੇ ਪੀਰੀਅਡਸ ਦਾ ਫਲੋ ਹੁੰਦਾ ਹੈ ਉਹ ਵੀ ਕਾਫੀ ਘੱਟ ਹੁੰਦਾ ਹੈ, ਕਈ ਮੰਥਸ ਤੱਕ ਪੀਰੀਅਡਸ ਆਉਂਦੇ ਹੀ ਨਹੀਂ ਹੈ ਲੇਡੀਜ਼ ਨੂੰ ਜਾਂ ਕੁੜੀਆਂ ਨੂੰ ਆਪਾਂ ਗੱਲ ਕਰੀਏ। ਸੋ ਇਹ ਸਿੰਪਟਮਸ ਆਉਂਦੇ ਨੇ। ਫਿਰ ਜਦੋਂ ਆਪਾਂ ਅਲਟਰਾਸੋਨਿਕ ਟੈਸਟ ਵਗੈਰਾ ਕਰਾਉਂਦੇ ਉਹਦੇ 'ਚ ਕਲੀਅਰ ਹੋ ਜਾਂਦਾ ਹੈ ਕਿ ਇਹ ਸਭ ਚੀਜ਼ਾਂ ਹੈਗੀਆਂ। ਨਾਲੇ ਇਹਦੇ ਨਾਲ ਆਪਾਂ ਇਹ ਚੀਜ਼ਾਂ ਨੂੰ ਹਾਰਮੋਨਲ ਪ੍ਰੋਫਾਈਲਸ ਨਾਲ ਵੀ ਕੋਰੀਲੇਟ ਕਰਦੇ ਨੇ। ਫਿਰ ਜਾ ਕੇ ਕੇਸ ਡਾਇਗਨੋਜ਼ ਹੋ ਜਾਂਦਾ ਹੈ ਕਿ ਇਟਸ ਅ PCOD ਔਰ PCOS ਕੇਸ। PCOD ਪ੍ਰੈਗਨੈਂਸੀ ਨੂੰ ਵੀ ਇਫੈਕਟ ਕਰਦੀ ਹੈ? ਬਹੁਤ ਚੰਗਾ ਕੁਐਸਚਨ ਤੁਸੀਂ ਪੁੱਛਿਆ, ਬਿਕੋਜ਼ ਜੇ ਆਪਾਂ ਲੌਂਗ ਟਰਮ ਲਈ, ਬਿਕੋਜ਼ ਸਾਰਿਆਂ ਨੂੰ ਲੱਗਦਾ ਹੈ ਕਿ ਕੋਈ ਗੱਲ ਨਹੀਂ, ਕੁੜੀਆਂ ਨੇ, ਗਰਲਸ ਹੈ, ਨਹੀਂ ਆਏ ਪੀਰੀਅਡਸ, ਇਟਸ ਓਕੇ, ਹੈ ਨਾ। ਕਈ ਵਾਰੀ ਗਰਲਸ ਨੂੰ ਆਪਣੇ ਆਪ ਨੂੰ ਵੀ ਲੱਗਦਾ ਹੈ ਕਿ ਠੀਕ ਹੈ, ਬੱਚੇ ਹੋਏ ਹੈ, ਪੇਨ ਨਹੀਂ ਹੋ ਰਿਹਾ, ਫਲੋ ਨਹੀਂ ਆ ਰਿਹਾ, ਹੈ ਨਾ। ਸੋ ਲੌਂਗ ਟਰਮ 'ਚ ਜਦੋਂ ਆਪਾਂ ਇਹ ਚੀਜ਼ਾਂ ਨੂੰ ਅਨਟ੍ਰੀਟਿਡ ਰੱਖਦੇ ਹਾਂ, ਸੈਕੰਡਰੀ ਰੀਜ਼ਨ ਬਣ ਜਾਂਦੀਆਂ ਇਹ ਇਨਫਰਟੀਲਿਟੀ ਦੀ। ਸੋ ਸਭ ਤੋਂ ਵੱਡਾ ਰੀਜ਼ਨ ਅੱਜ ਦੇ ਟਾਈਮ 'ਚ ਇਨਫਰਟੀਲਿਟੀ ਦਾ PCOD ਹੀ ਹੈਗਾ। ਸੋ ਤਾਂ ਹੀ ਆਪਾਂ ਕਹਿੰਦੇ ਕਿ ਇੱਕ ਯੰਗ ਹੈਲਦੀ ਫੀਮੇਲ ਹੀ ਇੱਕ ਮਤਲਬ ਗਰਲ ਹੀ ਇੱਕ ਅੱਗੇ ਜਾ ਕੇ ਹੈਲਦੀ ਵੂਮਨ ਬਣ ਸਕਦੀ ਹੈ। ਜੇ ਉਹਨੂੰ PCOD ਇੱਦਾਂ ਦੀ ਕੁਝ ਪ੍ਰੋਬਲਮਸ ਹੈ ਤੇ ਆਪਾਂ ਉਹਨੂੰ ਰਿਕੋਗਨਾਈਜ਼ ਐਡਰੈਸ ਨਹੀਂ ਕਰਦੇ ਉਹ ਕੰਸਰਨਸ ਨੂੰ, ਤੇ ਅੱਗੇ ਜਾ ਕੇ ਇਨਫਰਟੀਲਿਟੀ ਦੇ ਇਸ਼ੂਜ਼ ਫਿਰ ਆਉਂਦੇ ਆ। ਵਿੱਚ ਤੁਸੀਂ ਇੱਕ ਜ਼ਿਕਰ ਕੀਤਾ ਸੀਗਾ ਕਿ ਬੋਡੀ ਟਾਈਪ ਤੋਂ ਥਾਇਰੋਇਡ ਦਾ ਵੀ ਪਤਾ ਲੱਗ ਜਾਂਦਾ, ਲਾਈਕ ਥਾਇਰੋਇਡ ਦਾ ਵੀ ਸੇਮ ਕਹਿੰਦੇ ਨੇ, ਲਾਈਕ ਹੋਮਿਓਪੈਥੀ ਦਾ ਬੈਟਰ ਰਿਜ਼ਲਟ ਹੈ ਥਾਇਰੋਇਡ ਦੇ ਵਿੱਚ? ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਆਪਣੇ ਕਾਫੀ ਸਾਰੇ ਪੇਸ਼ੈਂਟਸ ਨੂੰ ਟਿਲ ਨਾਊ, ਜਿਵੇਂ ਆਪਾਂ ਟਰੀਟ ਕਰਦੇ ਹਾਂ ਸਾਲ, 1.5 ਸਾਲ, 2 ਸਾਲ, ਅਰਲੀ ਸਟੇਜਸ 'ਚ ਜਦੋਂ ਸਾਡੇ ਕੋਲ ਪੇਸ਼ੈਂਟਸ ਆਉਂਦੇ ਆ, ਬਿਕੋਜ਼ ਥਾਇਰਾਇਡ ਡਾਇਰੈਕਟ ਕੋਈ ਡਾਇਗਨੋਜ਼ ਅੱਜ ਕੱਲ੍ਹ ਤੇ ਚਲੋ ਲੋਕੀ ਪੈਕੇਜਸ ਕਰਾਉਂਦੇ ਆ, ਉਹਦੇ 'ਚ ਥਾਇਰਾਇਡ ਦੀ ਰਿਪੋਰਟਸ ਆ ਜਾਂਦੀਆਂ ਨੇ। ਅਦਰਵਾਈਜ਼ ਸਾਨੂੰ ਕੀ ਹੁੰਦਾ ਕਿ ਪੇਸ਼ੈਂਟ ਜਦੋਂ ਆਉਂਦਾ ਹੈ ਵਿਦ ਲੋ એનર્ਜੀ ਲੈਵਲਸ, ਮਤਲਬ ਗ੍ਰੈਜੂਅਲੀ weight ਇਨਕਰੀਜ਼ ਹੋ ਰਿਹਾ ਪੇਸ਼ੈਂਟ ਦਾ, ਹੈ ਨਾ, ਤੇ ਹੋਰ ਸਿੰਪਟਮਸ ਆ ਰਹੇ ਹੈ, ਵੌਇਸ ਤੋਂ ਰਿਲੇਟਡ ਇਸ਼ੂਜ਼ ਆ ਰਹੇ ਨੇ, ਤੇ ਜਦੋਂ ਆਪਾਂ ਰਿਪੋਰਟਸ ਕਰਾਉਂਦੇ ਹਾਂ, ਆਪਾਂ ਸ਼ੁਰੂ ਨਹੀਂ ਕਰਦੇ ਕੋਈ ਵੀ, ਬਿਕੋਜ਼ ਜਦੋਂ ਵੀ ਆਪਾਂ ਐਲੋਪੈਥਿਕ ਟਰੀਟਮੈਂਟ ਸ਼ੁਰੂ ਕਰ ਦਿੰਦੇ ਹਾਂ ਦੈਨ ਇਟ ਹੈਜ਼ ਟੂ ਗੋ ਲਾਈਫ ਲੌਂਗ। ਸੋ ਪੇਸ਼ੈਂਟਸ ਨੂੰ ਜਦੋਂ ਸਹੀ ਟਾਈਮ 'ਤੇ ਅਪਰੋਚ ਕਰਦੇ ਹਾਂ, ਸਹੀ ਕੰਡੀਸ਼ਨ 'ਚ ਅਪਰੋਚ ਕਰਦੇ ਹਾਂ, ਅਸੀਂ ਬਹੁਤ 100% ਰਿਜ਼ਲਟਸ ਪਾ ਰਹੇ ਨੇ। ਪੇਸ਼ੈਂਟਸ ਨੂੰ ਕੁਝ ਟਾਈਮ ਲਈ ਮੈਡੀਸਿਨਸ ਦੇ ਨਾਲ, ਉਹਨਾਂ ਦਾ ਲਾਈਫ ਸਟਾਈਲ, ਉਹਨਾਂ ਦੇ ਨਿਊਟ੍ਰੀਸ਼ਨਲ ਚੇਂਜਸ, ਡਾਇਟਰੀ ਹੈਬਿਟਸ ਚੇਂਜ ਕਰਕੇ, ਇਹ ਸਾਰੀਆਂ ਚੀਜ਼ਾਂ ਕਰਕੇ ਆਪਾਂ ਪਰਮਾਨੈਂਟਲੀ ਉਸ ਚੀਜ਼ ਨੂੰ ਠੀਕ ਕਰ ਰਹੇ ਨੇ। ਸੋ ਜਿਹੜੀ ਵੈਲਿਊਜ਼ ਰੀਅਰੇਂਜ ਆਉਂਦੀਆਂ ਪੇਸ਼ੈਂਟ ਦੇ ਜੋ ਬੋਨ ਤੋਂ ਰਿਲੇਟਡ ਇਸ਼ੂਜ਼ ਆ ਰਹੇ ਹੁੰਦੇ ਨੇ, ਜਾਂ ਫਿਰ weight ਤੋਂ ਰਿਲੇਟਡ, ਜਾਂ ਹੋਰ ਜਿਹੜੇ ਥਾਇਰਾਇਡ ਤੋਂ ਰਿਲੇਟਡ ਇਸ਼ੂਜ਼ ਆ ਰਹੇ ਹਨ, ਉਹ ਸਾਰੇ ਆਪਾਂ ਰੈਕਟੀਫਾਈ ਕਰਕੇ ਪੇਸ਼ੈਂਟ ਨੂੰ ਕੰਪਲੀਟਲੀ ਕਿਉਰ ਕਰ ਦਿੰਦੇ ਨੇ। ਤੇ ਆਪਾਂ ਗੱਲ ਕਰੀਏ ਡੇਲੀ ਲਾਈਫ ਸਟਾਈਲ ਬਾਰੇ, ਲਾਈਕ ਕਿਸੇ ਨੂੰ ਸਟ੍ਰੈਸ ਮੈਨੇਜਮੈਂਟ ਹੋ ਗਿਆ, ਓਵਰ ਥਿੰਕਿੰਗ ਵਗੈਰਾ, ਲਾਈਕ ਇਹਦਾ ਵੀ ਕੋਈ ਸਪੈਸੀਫਾਈਡ ਹੋਮਿਓਪੈਥੀ ਦੇ ਥਰੂ ਸੋਲਿਊਸ਼ਨ ਹੈ? ਦੇਖੋ, ਹੋਮਿਓਪੈਥੀ 'ਚ ਨੋ ਡਾਊਟ ਬਹੁਤ ਅੱਛੀ ਮੈਡੀਸਿਨਸ ਹੈ ਜਿਹੜੀਆਂ ਸਾਡੇ ਮੈਂਟਲ ਲੈਵਲ ਤੇ ਕੰਮ ਕਰਦੀਆਂ ਨੇ ਜੀ। ਮੈਡੀਸਿਨਸ ਆਪਾਂ ਜਦੋਂ ਵੀ ਦਿੰਦੇ ਆ, ਮੈਡੀਸਿਨਸ ਬਣਾਉਂਦੇ ਆ ਪੇਸ਼ੈਂਟ ਲਈ, ਤੇ ਆਪਾਂ ਪੇਸ਼ੈਂਟ ਦੀ ਮੈਂਟਲ ਕੰਡੀਸ਼ਨ ਨੂੰ ਨਾਲ ਦੇਖ ਕੇ ਬਣਾਉਂਦੇ ਆ। ਓਕੇ। ਠੀਕ ਹੈ, ਕਾਫੀ ਇਫੈਕਟਿਵ ਹੁੰਦੀਆਂ ਨੇ ਮੈਡੀਸਿਨਸ, ਕਲੀਨਿਕਲੀ ਪ੍ਰੂਵਨ ਹੁੰਦੀਆਂ। ਜੀ। ਇੱਕ ਚੀਜ਼ ਮੈਂ ਜਿਹੜੀ ਤੁਹਾਨੂੰ ਕਹਿਣ ਲੱਗੀ ਸੀ, ਤੇ ਕਿਉਂ ਹੁੰਦੀਆਂ ਨੇ, ਮੈਂਟਲੀ ਕਿਉਂ ਕੰਮ ਕਰਦੀਆਂ ਨੇ, ਜੀ। ਕੋਈ ਸਾਈਕੈਟ੍ਰਿਕ ਡਰੱਗਸ ਤਾਂ ਹੈ ਨਹੀਂ। ਜੀ। ਰੀਜ਼ਨ ਉਹਦੇ ਬਿਹਾਈਂਡ ਕੀ ਹੈ, ਜੋ ਕਿ ਮੈਨੂੰ ਲੱਗਦਾ ਕਿ ਹੋਮਿਓਪੈਥੀ ਦੀ ਸਭ ਤੋਂ ਵੱਡੀ ਸਪੈਸ਼ਲਿਟੀ ਹੈ। ਓਕੇ। ਜਦੋਂ ਵੀ ਸਾਡੀ ਮੈਡੀਸਿਨਸ ਪ੍ਰੂਵਨ ਹੁੰਦੀਆਂ ਜਾਂ ਆਪਾਂ ਡਰੱਗਸ ਦੇ ਟਰਾਇਲ ਤੇ ਜਾਂਦੇ ਆ, ਨਾਰਮਲੀ ਆਪਾਂ ਦੇਖਦੇ ਹਾਂ ਕਲੀਨਿਕਲ ਲੈਬਸ 'ਚ ਜਾਂ ਮੂਵੀਜ਼ 'ਚ ਆਪਾਂ ਦੇਖਦੇ ਹਾਂ ਡਰੱਗਸ ਕਿਵੇਂ ਬਣਦੀਆਂ ਨੇ, ਕਿਵੇਂ ਪ੍ਰੂਵ ਕਰਦੇ ਨੇ। ਮੰਨ ਲਓ ਕੋਈ ਡਰੱਗ ਬਣ ਰਹੀ ਹੈ, ਕੋਈ ਵੈਕਸੀਨ ਬਣ ਰਹੀ ਹੈ, ਤੁਸੀਂ ਦੇਖਿਆ ਹੋਣਾ, ਸੁਣਿਆ ਹੋਣਾ, ਕਿਹਦੇ ਤੇ ਹੁੰਦੀ ਹੈ ਟੈਸਟਿੰਗ? ਐਨੀਮਲਸ। ਜੀ। ਸੋ ਇਹ ਹੁੰਦਾ ਹੈ ਨਾਰਮਲ ਜਿਹੜਾ ਸਾਡਾ ਮਾਡਰਨ ਸਿਸਟਮ ਹੈ, ਰਾਈਟ। ਹੋਮਿਓਪੈਥੀ 'ਚ ਜਿੰਨੀ ਵੀ ਮੈਡੀਸਿਨਸ ਪ੍ਰੂਵਨ ਹੁੰਦੀਆਂ ਉਹ ਇੱਕ ਹੈਲਦੀ ਹਿਊਮਨ ਬੀਇੰਗਸ ਤੇ ਹੁੰਦੀਆਂ ਨੇ, ਲਾਈਕ ਸਟਾਰਟਿੰਗ ਤੋਂ ਹੀ, ਸ਼ੁਰੂ ਤੋਂ ਹੀ। ਮੰਨ ਲਓ ਕੋਈ ਇੱਕ ਸਿੰਪਲ ਚੀਜ਼ ਹੈ, ਆਪਾਂ ਉਹਦੇ ਲਈ ਮੈਡੀਸਿਨ ਬਣਾਉਣੀ ਹੈ, ਜੀ। ਠੀਕ ਹੈ, ਉਹਨੂੰ ਜਦੋਂ ਮੈਡੀਸਿਨ ਬਣਾਉਣ ਲਈ ਸਾਨੂੰ ਕਲੀਨਿਕਲ ਟਰਾਇਲਸ ਦੇ ਥਰੂ ਜਾਣਾ ਪੈਂਦਾ ਹੈ। ਸੋ ਸਾਡਾ ਜਿਹੜਾ ਮਾਡਲ ਹੋਏਗਾ ਦੈਟ ਵਿਲ ਨਾਟ ਬੀ ਅ ਐਨੀਮਲ। ਤੁਸੀਂ ਜਦੋਂ ਰੈਟਸ ਤੇ, ਮਾਊਸ ਤੇ, ਰੈਬਿਟਸ ਤੇ, ਫੌਕਸ ਤੇ, ਇਹ ਚੀਜ਼ਾਂ ਤੇ ਜਦੋਂ ਮੈਡੀਸਿਨਸ ਪ੍ਰੂਵ ਕਰੋਗੇ, ਤੁਸੀਂ ਕੀ ਪਾਓਗੇ? ਤੁਸੀਂ ਪੁੱਛੋਗੇ ਉਹਦੇ ਤੋਂ ਕਿ ਮੈਡੀਸਿਨ ਤੁਸੀਂ ਲੈ ਰਹੇ ਹੋ, ਹਾਊ ਆਰ ਯੂ ਫੀਲਿੰਗ ਲਾਈਕ ਕ੍ਰਾਈਂਗ, ਜਾਂ ਤੁਹਾਨੂੰ ਗੁੱਸਾ ਆ ਰਿਹਾ ਮੈਡੀਸਿਨ ਲੈ ਕੇ? ਅਸੀਂ ਨਹੀਂ ਕਰ ਸਕਦੇ ਪਤਾ। ਜਦੋਂ ਆਪਾਂ ਹੋਮਿਓਪੈਥੀ 'ਚ ਮੈਡੀਸਿਨਸ ਨੂੰ ਪ੍ਰੂਵ ਕਰਦੇ ਹਾਂ, ਜਿਹੜੇ ਸਾਡਾ ਕਹਿ ਸਕਦੇ ਹਾਂ ਆਪਾਂ ਕਿ ਜਿਹੜਾ ਸਾਡਾ ਮੋਡਿਊਲ ਹੁੰਦਾ ਹੈ, ਉਹਦੇ 'ਚ ਆਪਾਂ ਕੀ ਕਰਦੇ ਹਾਂ, ਵੀ ਚੂਜ਼ ਕਲੀਨਿਕਲੀ ਜਿੰਨਾ ਵੀ ਸਾਨੂੰ ਲੱਗਦਾ ਹੈ ਕਿ ਇੱਕ ਸਟੇਬਲ ਮਾਈਂਡ ਵਾਲਾ ਪਰਸਨ ਵਿਦ ਗੁੱਡ ਮਤਲਬ ਹੈਬਿਟ, ਜਿਹੜੀ ਫਿਜ਼ੀਕਲੀ ਜਿਹੜੀ ਹੈਲਥ ਹੈਗੀ ਹੈ ਪੇਸ਼ੈਂਟ ਦੀ, ਉਹ ਠੀਕ ਹੋਣੀ ਚਾਹੀਦੀ ਹੈ। ਸੋ ਹੈਲਦੀ ਹਿਊਮਨ ਬੀਇੰਗ ਤੇ ਮੈਡੀਸਿਨਸ ਜਿਹੜੀਆਂ ਹੈ ਹੋਮਿਓਪੈਥੀ ਦੀਆਂ, ਉਹ ਪ੍ਰੂਵ ਹੁੰਦੀਆਂ ਨੇ। ਓਕੇ। ਤੇ ਜਦੋਂ ਸਾਡੇ ਡਰੱਗ ਟਰਾਇਲਸ ਚੱਲ ਰਹੇ ਹੁੰਦੇ ਆ, ਉਹਦੇ 'ਚ ਆਪਾਂ ਜਦੋਂ ਸਿੰਪਟਮਸ ਲੈਂਦੇ ਕਿ XYZ ਕੋਈ ਮੈਡੀਸਨ ਹੈ, ਉਹ ਲੈਣ ਤੋਂ ਬਾਅਦ ਪੇਸ਼ੈਂਟ ਨੂੰ ਲੱਗ ਰਿਹਾ ਕਿ ਮੈਨੂੰ ਗਲੇ 'ਚ ਕੁਝ ਖਰਾਸ਼ ਹੋ ਰਹੀ ਹੈ, ਮੈਨੂੰ ਪੇਟ 'ਚ ਦਰਦ ਹੋ ਰਹੀ ਹੈ। ਸਮਟਾਈਮਸ ਉਹੀ ਮੈਡੀਸਿਨਸ ਲੈਂਦੇ ਪੇਸ਼ੈਂਟ ਕੰਪਲੇਂਟ ਕਰਦੇ ਕਿ ਮੈਂ ਬਹੁਤ ਜ਼ਿਆਦਾ ਇਰੀਟੇਬਲ ਹੋਣਾ ਸ਼ੁਰੂ ਹੋ ਗਿਆ,
ਮੈਂ ਪਹਿਲਾਂ ਤੋਂ ਸੈਡ ਰਹਿਣਾ ਸ਼ੁਰੂ ਹੋ ਗਿਆ, ਮੈਨੂੰ ਰੋਣਾ ਬਹੁਤ ਮਨ ਕਰ ਰਿਹਾ, ਜਾਂ ਮੈਂ ਜ਼ਿਆਦਾ ਖੁਸ਼ ਹੋਣਾ ਸ਼ੁਰੂ ਹੋ ਗਿਆ। ਜੀ ਸੋ ਜਦੋਂ ਇਦਾਂ ਦੇ ਉਹ ਵੀ ਅਸੀਂ ਸਿੰਪਟਮਸ ਨੂੰ ਨੋਟ ਕਰਦੇ ਆ। ਸੋ ਜਦੋਂ ਵੀ ਮੈਡੀਸਿਨਸ ਆਪਾਂ ਪ੍ਰੂਵ ਕਰਾਂਗੇ, ਆਪਾਂ ਮੈਡੀਸਿਨਸ ਨੂੰ ਮੈਂਟਲ ਲੈਵਲ ਤੇ ਫਿਜ਼ੀਕਲ ਲੈਵਲ ਤੇ ਦੋਨਾਂ ਲੈਵਲ ਤੇ ਸਿੰਪਟਮਸ ਲੈਂਦੇ ਆ, ਤਾਂ ਜੋ ਸਾਡੀ ਹੋਮਿਓਪੈਥੀ ਜਿਹੜੀ ਮੈਡੀਸਿਨਸ ਹੈਗੀਆਂ ਨੇ ਉਹ ਸਾਡੇ ਮੈਂਟਲ ਲੈਵਲ ਤੇ ਵੀ ਕੰਮ ਕਰਦੀਆਂ ਨੇ। ਪਰ ਲਾਈਕ ਐਲੋਪੈਥੀ ਦੇ ਵਿੱਚ ਵੀ ਲਾਈਕ ਪ੍ਰੀ ਕਲੀਨਿਕਲ ਟ੍ਰਾਇਲਸ ਤੋਂ ਬਾਅਦ ਕਲੀਨਿਕਲ ਟ੍ਰਾਇਲਸ ਉਹ ਵੀ ਤਾਂ ਹਿਊਮਨ ਬੀਇੰਗਸ ਤੇ ਹੀ ਹੁੰਦੇ ਆਈ ਥਿੰਕ। ਫਿਰ ਬਟ ਜਦੋਂ ਫਾਈਨਲ ਸਾਰਾ ਹੋ ਜਾਂਦਾ ਹੈ ਉਸ ਟਾਈਮ ਤੇ ਸਾਡੀ ਮੈਡੀਸਿਨਸ ਦਾ ਸਟਾਰਟਿੰਗ ਹੀ ਆਪਾਂ ਹੈਲਦੀ ਹਿਊਮਨ ਬੀਇੰਗ ਪ੍ਰੂਵਿੰਗਸ ਤੋਂ ਕਰਦੇ ਹਾਂ, ਰਾਈਟ। ਸੋ ਸਾਨੂੰ ਲੱਗਦਾ ਹੈ ਕਿ ਇਹ ਚੀਜ਼ 'ਚ ਉਹ ਚੀਜ਼ਾਂ ਜ਼ਿਆਦਾ ਕੰਸੀਡਰੇਬਲ ਹੋ ਜਾਂਦੀਆਂ ਨੇ। ਆਪਾਂ ਕੋਈ ਵੀ ਮੈਡੀਸਨ ਮਤਲਬ ਆਪਣੇ ਨੋ ਡਾਊਟ ਹਰ ਡਰਗ ਦਾ ਮੈਂਟਲ ਲੈਵਲ ਤੇ ਇੱਕ ਇਫੈਕਟ ਆਉਂਦਾ ਹੈ, ਬਟ ਡਿਊਰਿੰਗ ਪ੍ਰੂਵਿੰਗ ਜਦੋਂ ਆਪਾਂ ਡਰਗ ਪਿਕਚਰ ਬਣਾਉਂਦੇ ਆ ਕਿ ਹਾਂ ਇਹ ਮੈਡੀਸਨ ਦੇ ਫੋਲੋਇੰਗ ਯੂਜ਼ਸ ਹੋ ਸਕਦੇ ਨੇ, ਅਸੀਂ XYZ ਇਹ ਕੰਡੀਸ਼ਨਸ 'ਚ ਇਹ ਮੈਡੀਸਨ ਨੂੰ ਯੂਜ਼ ਕਰ ਸਕਦੇ ਨੇ। ਸੋ ਉਹਦੇ ਲਈ ਮੈਨੂੰ ਲੱਗਦਾ ਕਿ ਹੋਮਿਓਪੈਥੀ 'ਚ ਜਿਹੜੀ ਪ੍ਰੂਵਿੰਗਸ ਹੁੰਦੀਆਂ ਨੇ ਉਹ ਜ਼ਿਆਦਾ ਇਫੈਕਟਿਵ ਹੁੰਦੀਆਂ ਨੇ। ਜਿਹੜੀ ਡਰੱਗਸ ਆਪਾਂ ਨਾਰਮਲੀ ਵੀ ਯੂਜ਼ ਕਰਦੇ ਹਾਂ, ਮੰਨ ਲਓ ਤੁਸੀਂ ਆਏ ਹੋ ਮੇਰੇ ਕੋਲ ਪੇਟ ਦਰਦ ਦੀ ਕੰਪਲੇਂਟ ਲਈ ਜਾਂ ਫਿਰ ਬੈਕ ਪੇਨ ਦੀ ਕੰਪਲੇਂਟ ਲਈ, ਹੁਣ ਮੈਨੂੰ ਵੀ ਪ੍ਰੋਬਲਮ ਹੈ, ਤੁਹਾਨੂੰ ਵੀ ਸੇਮ ਪ੍ਰੋਬਲਮ ਹੈ, ਕਲੀਨਿਕਲੀ ਆਪਾਂ ਸਿੰਪਟਮ ਲਈਏ, ਬਟ ਹੋ ਸਕਦਾ ਹੈ ਉਹ ਪ੍ਰੋਬਲਮ ਦੇ ਨਾਲ ਤੁਹਾਨੂੰ ਗੁੱਸਾ ਆ ਰਿਹਾ ਹੈ ਕਿ ਤੁਸੀਂ ਚੀਖ ਰਹੇ ਹੋ, ਇਰੀਟੇਟ ਹੋ ਰਹੇ ਹੋ, ਚਿੱਲਾ ਰਹੇ ਹੋ, ਸ਼ਾਊਟ ਕਰ ਰਹੇ ਹੋ ਸਕਦਾ ਮੈਂ ਬਿਹੇਵ ਕਰ ਰਹੀ ਹਾਂ ਕਿ ਮੈਨੂੰ ਪੇਨ ਇੰਨਾ ਹੋ ਰਿਹਾ ਹੈ, ਸੇਮ ਪੇਨ ਹੈ, ਸਾਨੂੰ ਬੈਕ ਪੇਨ ਹੈ, ਮੈਨੂੰ ਰੋਣਾ ਆ ਰਿਹਾ ਤੇ ਮੇਰਾ ਦਿਲ ਕਰ ਰਿਹਾ ਕਿ ਮੈਂ ਰੋਵਾਂ। ਸੋ ਉਹ ਸਿੰਪਟਮ ਸਾਡੇ ਡਿਫਰੈਂਟ ਨੇ। ਸੋ ਮੈਡੀਸਨ ਹੋਮਿਓਪੈਥੀ 'ਚ ਕੀ ਹੋਏਗਾ, your medicine will be different, my medicine will be different, ਠੀਕ ਹੈ। ਸੋ ਅਸੀਂ ਇਹ ਚੀਜ਼ਾਂ ਨੂੰ ਕੰਸੀਡਰ ਕਰਦੇ ਹਾਂ। ਹੋਮਿਓਪੈਥੀ ਦੀ ਕੋਈ ਵੀ ਮੈਡੀਸਨ ਹੈ, ਆਪਾਂ ਕਹੀਏ ਕਿ ਇੱਦਾਂ ਹੈ ਕਿ ਇਹ ਮੈਡੀਸਨ ਸਾਡੀ ਫੀਵਰ ਲਈ ਹੈ, ਇਹ ਮੈਡੀਸਨ ਹੈਡੇਕ ਲਈ ਹੈ, ਇਹ ਬੈਕ ਪੇਨ ਲਈ ਹੈ, ਜਾਂ ਡਾਇਰੀਆ ਲਈ ਹੈ, ਜਾਂ PCOD ਲਈ, ਨੋ। ਇੱਕ ਸੇਮ ਮੈਡੀਸਨ ਸਾਡੀ ਡਿਫਰੈਂਟ ਪ੍ਰੋਬਲਮਸ ਨੂੰ ਟਰੀਟ ਕਰ ਸਕਦੀ ਹੈ ਜੀ, ਬਟ ਆਪਾਂ ਦੇਖਣਾ ਹੈ ਵੀ ਉਹ ਕਿੱਥੇ ਫਿੱਟ ਹੁੰਦੀ ਹੈ ਪੇਸ਼ੈਂਟ ਲਈ। ਸੋ ਜਦੋਂ ਪੇਸ਼ੈਂਟ ਦੀ ਆਪਾਂ ਪੂਰੀ ਹੈਡ ਟੂ ਟੋ ਪੇਸ਼ੈਂਟ ਨੂੰ ਸਟੱਡੀ ਕਰਦੇ ਹਾਂ, ਪੇਸ਼ੈਂਟ ਦੇ ਮੈਂਟਲ ਲੈਵਲ ਤੋਂ ਲੈ ਕੇ ਫਿਜ਼ੀਕਲ ਲੈਵਲ ਤੱਕ ਦੇ ਸਾਰੇ ਸਿੰਪਟਮਸ ਦੇਖਦੇ ਹਾਂ, ਫਿਰ ਆਪਾਂ ਪੇਸ਼ੈਂਟ ਲਈ ਮੈਡੀਸਨ ਚੂਜ਼ ਕਰਦੇ ਹਾਂ, ਉਹਨੂੰ ਆਪਾਂ ਰੈਮੇਡੀ ਕਹਿੰਦੇ ਹਾਂ ਫਿਰ। ਸੋ ਇਟਸ ਨਾਟ ਓਨਲੀ ਦ ਮੈਡੀਸਨ, ਇਟਸ ਦ ਰੈਮੇਡੀ ਫॉर दैट ਪੇਸ਼ੈਂਟ। ਅੱਛਾ ਗੱਲ ਕਰੀਏ, ਮੈਂ ਪਹਿਲੇ ਵੀ ਕੁਐਸਚਨ ਪੁੱਛਿਆ ਕਿ ਡੇਲੀ ਲਾਈਫ ਦੇ ਬਾਰੇ, ਮਤਲਬ ਇੱਕ ਅਕਸਰ ਜਿਹੜਾ ਸਵਾਲ ਆਈ ਥਿੰਕ ਪੂਰੀ ਫੈਮਿਲੀ ਦੇ ਲਈ ਲੈ ਲਏ ਜਾਂ ਕਿਸੇ ਪੋਪੂਲੇਸ਼ਨ ਦੇ ਪ੍ਰਤੀ ਲੈ ਲਈਏ ਕਿ ਖਾਣਾ ਸਵੇਰੇ ਇੰਨਾ ਖਾਣਾ ਚਾਹੀਦਾ, ਲੰਚ 'ਤੇ ਇੰਨਾ, ਡਿਨਰ 'ਤੇ ਇੰਨਾ, ਤੁਸੀਂ ਆਪਣੇ ਹਿਸਾਬ ਨਾਲ ਦੱਸੋ ਕਿ ਕੀ ਇੱਕ ਸਾਇੰਟੀਫਿਕ ਵੇ ਹੈਗਾ ਉਹਦੇ ਪਿੱਛੇ। ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਾਹਦੇ ਨਾਲ ਕਰਦੇ ਹਾਂ, ਬ੍ਰੇਕਫਾਸਟ। ਬ੍ਰੇਕਫਾਸਟ ਮੀਨਸ ਕਿ ਜਿਹੜਾ ਆਪਾਂ ਪੂਰੀ ਰਾਤ ਓਵਰਨਾਈਟ ਫਾਸਟ ਕੀਤਾ ਉਹਨੂੰ ਬ੍ਰੇਕ ਕਰੀਏ। ਸੋ ਦੈਟ ਸ਼ੁੱਡ ਬੀ ਲਾਈਕ ਕਿ ਜਦੋਂ ਆਪਾਂ ਸਵੇਰੇ ਖਾਂਦੇ ਤੇ ਰਾਜੇ ਵਾਂਗੂ ਖਾਣਾ ਚਾਹੀਦਾ ਹੈ, ਕਿਵੇਂ ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਹੈ, ਸੋ ਦੈਟ ਉਹ ਪੂਰਾ ਦਿਨ ਤੁਹਾਨੂੰ ਸਲੋਲੀ એનર્ਜੀ ਸਸਟੇਨ ਕਰਦੀ ਰਹੇ ਤੇ ਤੁਸੀਂ એનર્ਜੈਟਿਕ ਫੀਲ ਕਰਦੇ ਰਹੋ। ਸੋ ਹਾਈ ਪ੍ਰੋਟੀਨ ਡਾਈਟ ਨੂੰ ਸਾਨੂੰ ਮਾਰਨਿੰਗ 'ਚ ਹੀ ਜ਼ਿਆਦਾ ਇਨਕਲੂਡ ਕਰਨਾ ਚਾਹੀਦਾ ਹੈ। ਫਰੂਟਸ ਜੇ ਆਪਾਂ ਕਹੀਏ, ਫਰੂਟਸ ਦਾ ਟਾਈਮ ਸਾਡਾ ਮਿਡ ਮਾਰਨਿੰਗ ਤੋਂ ਪਹਿਲਾਂ ਆਪਾਂ ਕਹੀਏ ਜੀ ਫਰੂਟਸ ਲੈ ਰਹੇ ਆਪਾਂ ਰਾਤੀ ਫਰੂਟਸ ਲਵਾਂਗੇ, ਡੈਫੀਨੇਟਲੀ ਦੈਟਸ ਨਾਟ ਗੋਇੰਗ ਟੂ ਹੈਲਪ ਅਸ। ਉਹ ਫਾਇਦਾ ਇੰਨਾ ਨਹੀਂ ਕਰੇਗਾ ਜੋ ਉਹ ਮਾਰਨਿੰਗ 'ਚ ਕਰੇਗਾ। ਸਾਡੇ ਬਾਡੀ ਦਾ ਫਲੂਇਡ ਇਨਟੇਕ ਹੈ, ਪਾਣੀ ਦਾ ਇਨਟੇਕ ਹੈ, ਉਹ ਵੀ ਸਾਨੂੰ ਸ਼ਡਿਊਲ ਕਰਨਾ ਪੈਂਦਾ ਆਪਣੀ ਬਾਡੀ ਵੇਟ ਦੇ ਹਿਸਾਬ ਨਾਲ, ਠੀਕ ਹੈ। ਤੇ ਉਹਦਾ ਵੀ ਕੰਜ਼ੰਪਸ਼ਨ ਸਾਨੂੰ ਹੋਣਾ ਚਾਹੀਦਾ ਕਿ 60-70% ਆਪਾਂ ਆਪਣੇ ਮਿਡ ਮਾਰਨਿੰਗ 12-1 ਵਜੇ ਤੱਕ ਆਪਾਂ ਕਵਰ ਕਰ ਲਈਏ। ਸੋ ਫਰੂਟਸ, ਵਾਟਰ ਦਾ ਇਨਟੇਕ ਮਾਰਨਿੰਗ 'ਚ ਜ਼ਿਆਦਾ ਹੋਣਾ ਚਾਹੀਦਾ ਹੈ, ਪਲੱਸ ਹਾਈ ਪ੍ਰੋਟੀਨ ਬ੍ਰੇਕਫਾਸਟ ਹੋਣਾ ਚਾਹੀਦਾ ਹੈ, ਬਿਕੋਜ਼ ਦੈਟ ਇਜ਼ ਆਰ ਬ੍ਰੇਨ ਫੂਡ, ਠੀਕ ਹੈ। ਲੰਚ 'ਚ ਵੀ ਕੈਨ ਹੈਵ ਨਾਰਮਲ ਕਾਰਬਸ, ਮਿਕਸ ਪਲਸਿਸ, ਪ੍ਰੋਟੀਨ, ਉਹ ਸਾਰੀਆਂ ਚੀਜ਼ਾਂ ਲੈ ਸਕਦੇ ਨੇ, ਠੀਕ ਹੈ। ਡਿਨਰ ਸ਼ੁੱਡ ਆਲਵੇਜ਼ ਬੀ ਲਾਈਟ। ਲਾਈਟ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੁਛ ਵੀ ਖਾ ਕੇ ਕਰ ਰਹੇ ਹੋ, ਦੈਟਸ ਐਜ਼ ਪਰ ਯੋਰ ਬਾਡੀ ਰਿਕੁਆਇਰਮੈਂਟ, ਬਟ ਕੁਛ ਕੰਡੀਸ਼ਨਸ ਹੋਣੀਆਂ ਚਾਹੀਦੀਆਂ ਕਿ ਜੋ ਵੀ ਤੁਸੀਂ ਡਿਨਰ 'ਚ ਕਰ ਰਹੇ ਹੋ, ਐਟਲੀਸਟ ਤੁਸੀਂ ਆਪਣੇ ਸਲੀਪਿੰਗ ਟਾਈਮ ਤੋਂ 2-3 ਆਵਰਸ ਦਾ ਪਹਿਲਾਂ ਗੈਪ ਰੱਖੋ। ਇਫ ਯੂ ਆਰ ਸਲੀਪਿੰਗ ਐਟ 10, ਯੋਰ ਡਿਨਰ ਸ਼ੁੱਡ ਬੀ ਅਰਾਊਂਡ 7-7:30, ਉਹ ਤੋਂ ਡਿਲੇ ਨਹੀਂ ਕਰਨਾ, ਸੋ ਦੈਟ ਤੁਹਾਡਾ ਮੈਟਾਬੋਲਿਜ਼ਮ ਠੀਕ ਰਵੇ। ਓਕੇ, ਤਾਂ ਇਹ ਤਾਂ ਗੱਲ ਸੀਗੀ ਲਾਈਕ ਖਾਣੇ ਦੇ ਬਾਰੇ। ਦਵਾਈਆਂ ਦਾ ਵੀ ਅਕਸਰ ਹੁੰਦਾ ਕਿ ਖਾਲੀ ਪੇਟ ਖਾਓ, ਲੰਚ ਤੋਂ ਬਾਅਦ ਖਾਓ, ਜਿਵੇਂ ਖਾਣੇ ਤੋਂ ਬਾਅਦ ਖਾਓ, ਉਹਨਾਂ ਦਾ ਕੀ ਸਪੈਸੀਫਿਕ ਇੱਕ ਰੋਲ ਹੁੰਦਾ? ਜਨਰਲੀ ਜਿਹੜੀ ਮਾਡਰਨ ਮੈਡੀਸਨ ਦੀ ਗੱਲ ਡਿਫਰੈਂਟ ਹੈ, ਉੱਥੇ ਖਾਣਾ ਇਜ਼ ਇੰਪੋਰਟੈਂਟ ਹੈ ਨਾ, ਬਿਕੋਜ਼ ਡਰੱਗਸ ਨੇ ਸਾਡੇ ਗਟ ਸਿਸਟਮ ਦੇ ਥਰੂ ਮੈਟਾਬੋਲਾਈਜ਼ ਹੋ ਕੇ ਬਾਡੀ 'ਚ ਜਾ ਕੇ ਕੰਮ ਕਰਨਾ ਹੈ। ਬਟ ਹੋਮਿਓਪੈਥੀ 'ਚ ਆਪਾਂ ਕਹਿੰਦੇ ਬਿਕੋਜ਼ ਸਾਡੀ ਜਿਹੜੀ ਮੈਡੀਸਨਸ ਹੁੰਦੀਆਂ ਅਸੀਂ ਜੀਭ 'ਤੇ ਪਾ ਕੇ ਲੈਂਦੇ ਨੇ, ਉਹਦੇ 'ਚ ਡਾਇਲੂਸ਼ਨ ਪਾਇਆ ਹੁੰਦਾ ਹੈ, ਵਾਈਟ ਜਿਹੜੇ ਗਲੋਬਿਊਲਸ ਹੁੰਦੇ ਨੇ, ਅਤੇ ਡਾਇਲੂਸ਼ਨ ਜਿਹੜੇ ਸਾਡੇ ਹੁੰਦੇ ਉਹ ਨਰਵਸ ਸਿਸਟਮ ਦੇ ਥਰੂ ਕੰਮ ਕਰਦੇ ਨੇ, ਜਿਹੜੇ ਸਾਡੀ ਜੀਭ 'ਚ ਆਲਫੈਕਟਰੀ ਨਰਵਸ ਹੁੰਦੀਆਂ ਉਹਦੇ ਥਰੂ ਕਰਦੀਆਂ। ਸੋ ਆਪਾਂ ਕਹਿੰਦੇ ਕਿ ਜਦੋਂ ਵੀ ਆਪਾਂ ਹੋਮਿਓਪੈਥੀ ਮੈਡੀਸਨ ਦਾ ਇਨਟੇਕ ਲੈਣਾ ਹੈ ਅਤੇ 15-20 ਮਿੰਟਸ ਮਿਨੀਮਮ ਪ੍ਰਾਇਰ ਟੂ ਮੈਡੀਸਨ ਐਂਡ ਆਫਟਰ ਮੈਡੀਸਨ ਆਪਾਂ ਅਵੋਇਡ ਕਰਨਾ ਹੈ।
15-20 ਮਿੰਟ ਪਹਿਲਾਂ ਤੇ ਬਾਅਦ 'ਚ ਕੁਝ ਖਾਣਾ ਨਹੀਂ ਹੈਗਾ। ਕੋਈ ਸਟਰੋਂਗ ਚੀਜ਼ ਨਹੀਂ, ਨੋਰਮਲ ਆਪਾਂ ਚੀਜ਼ ਲੈ ਸਕਦੇ ਹਾਂ, ਜਿਵੇਂ ਟੀ ਕੌਫੀ ਹੈਗੀ ਹੈ ਜਾਂ ਕੋਈ ਇੱਦਾਂ ਦੀ ਚੀਜ਼ ਹੈ। ਲੋਕਾਂ 'ਚ ਬਹੁਤ ਸਾਰਿਆਂ 'ਚ ਇਹ ਵੀ ਭਰਮ ਹੁੰਦਾ ਕਿ ਜਦੋਂ ਮੈਡੀਸਨ ਲੈ ਰਹੇ ਹਾਂ ਤੁਸੀਂ ਇੰਨੀ ਖਾ ਸਕਦੇ, ਤੁਸੀਂ ਉਹ ਨਹੀਂ ਖਾ ਸਕਦੇ ਹੋ। ਸੋ ਇਹ ਚੀਜ਼ ਇੱਦਾਂ ਦਾ ਕੋਈ ਉਹ ਨਹੀਂ ਹੈਗਾ। ਦਿਸ ਇਜ਼ ਆਲ ਬਹੁਤ ਵੱਡਾ ਮਿਥ ਹੈਗਾ, ਭਰਮ ਹੈਗਾ ਲੋਕਾਂ 'ਚ ਕਿ ਇੱਦਾਂ ਨਹੀਂ ਕਰਨਾ ਹੁੰਦਾ। ਬਟ ਹਰ ਡਾਕਟਰ ਆਪਣੀ ਪ੍ਰੈਕਟਿਸ ਦੇ ਹਿਸਾਬ ਨਾਲ ਪੇਸ਼ੈਂਟ ਨੂੰ ਗਾਈਡ ਕਰਦਾ ਹੈ। ਸਮਟਾਈਮਸ ਉਹ ਚੀਜ਼ਾਂ ਦੇ ਸਪੈਸੀਫਿਕ ਕੌਨਸਟੀਟਿਊਐਂਟ ਮੈਡੀਸਨਸ ਦੇ ਰਹੇ ਹੁੰਦੇ ਆ, ਤਾਂ ਕਰਕੇ ਕਹਿੰਦੇ ਆ। ਬਟ ਹਰ ਕੇਸ 'ਚ ਇਟਸ ਨਾਟ ਅ ਕੰਪਲਸ਼ਨ ਕਿ ਤੁਸੀਂ ਮੈਡੀਸਨ ਦੇ ਨਾਲ ਇਹ ਨਹੀਂ ਖਾ ਸਕਦੇ, ਉਹ ਨਹੀਂ ਖਾ ਸਕਦੇ। ਬਸ ਜਦੋਂ ਮੈਡੀਸਨ ਲੈਣੀ ਹੈ, ਯੋਰ ਟੰਗ, ਯੋਰ ਸਿਸਟਮ ਸ਼ੁੱਡ ਬੀ ਕਲੀਨ, ਕਿ ਉੱਥੇ ਤੁਸੀਂ ਕੁਝ 15-20 ਮਿੰਟ ਪਹਿਲਾਂ ਤੇ ਬਾਅਦ 'ਚ ਖਾਣਾ ਤੁਸੀਂ ਅਵੋਇਡ ਕਰੋ ਬਸ। ਇਹ ਤੋਂ ਇਲਾਵਾ ਹੋਰ ਕੋਈ ਸਪੈਸੀਫਿਕ ਪ੍ਰੀਕਾਸ਼ਨਸ ਨਹੀਂ ਹੁੰਦੀਆਂ ਨੇ। ਅੱਛਾ, ਹੁਣ ਮੈਂ ਥੋੜ੍ਹਾ ਜਿਹਾ ਲਾਈਕ ਸਿਲੀ ਜਿਹਾ ਕੁਐਸਚਨ, ਲਾਈਕ ਨੋਟ ਐਸਲੀ, ਬਲਕਿ ਐਸਿਡਿਟੀ ਦੀ ਪ੍ਰੋਬਲਮ ਬੜੀ ਹੁੰਦੀ ਸਾਡੇ ਬਜ਼ੁਰਗਾਂ ਨੂੰ ਦੇਖ ਲਿਆ, ਸਾਡੇ ਬੜਿਆਂ ਨੂੰ, ਲਾਈਕ ਦੇਸੀ ਫੈਮਿਲੀ ਦਾ ਐਵੇਂ ਹੁੰਦਾ ਨਾ ਕਿ ਨਾਰਮਲ ਜਿਹਾ। ਇੰਪੋਰਟੈਂਟ ਕੁਐਸਚਨ ਪੁੱਛਿਆ, ਬਹੁਤ ਇੰਪੋਰਟੈਂਟ। ਆਈ ਐਮ ਵੈਰੀ ਹੈਪੀ ਵਿਦ ਯੂਰ ਕੁਐਸਚਨ ਨਾਓ, ਇਹਦਾ ਵੀ ਬਿਕਾਜ਼ ਇਹਦੇ ਨਾਲ ਇੱਕ ਇਨਸੀਡੈਂਸ ਜੁੜਿਆ ਹੋਇਆ। ਚਲੋ ਪਹਿਲੇ ਉਹ ਦੱਸੋ ਤੁਸੀਂ। ਨਹੀਂ, ਪਹਿਲੇ ਤੁਸੀਂ ਇਨਸੀਡੈਂਸ ਦੱਸੋ। ਸੋ ਮੇਰੀ ਨਵੀਂ ਪ੍ਰੈਕਟਿਸ ਸੀਗੀ ਜੀ, ਪਾਰਟਿੰਗ ਥੋੜਾ ਜਿਹਾ ਕਰ ਰਹੀ ਸੀਗੀ ਜੀ, ਤੇ ਇੱਕ ਪੇਸ਼ੈਂਟ ਕਿਸੇ ਦੇ ਨੋਨ ਟੂ ਅੱਗੇ ਇੱਕ ਪੇਸ਼ੈਂਟ ਸਡਨਲੀ ਮੇਰੇ ਕੋਲ ਆਈ। ਓਕੇ, ਦੈਟ ਵਾਸ ਫਸਟ ਕਾਊਂਟਰ ਵਿਦ ਹਰ। ਤੇ ਉਹਨੇ ਜਦੋਂ ਮੈਨੂੰ ਸਿੰਪਟਮਸ ਦੱਸੇ 2-4-5 ਮੈਡੀਸਨ ਦਿੱਤੀ ਹੈ, ਮੈਂ ਸ਼ੁਰੂ ਕੀਤੀ ਉਹਨੇ ਮੈਡੀਸਨ ਲੈਣੀ। ਉਹਨੇ ਕਿਹਾ ਮੈਂ ਨਾ ਹੋਮਿਓਪੈਥੀ ਤੇ ਟਰਸਟ ਨਹੀਂ ਕਰਦੀ, ਪਰ ਮੈਂ ਸਭ ਕੁਝ ਕਰ ਚੁੱਕੀ ਹਾਂ ਤੇ ਹੁਣ ਮੇਰੇ ਕੋਲ ਕੋਈ ਰਸਤਾ ਨਹੀਂ ਹੈ। ਮੈਂ ਆਉਂਦੇ ਜਾਂਦੇ ਦੇਖਿਆ ਤੇ ਮੈਨੂੰ ਤੁਹਾਡਾ ਕਲੀਨਿਕ ਦਿਖਿਆ ਤੇ ਮੈਂ ਸੋਚਿਆ, ਮੈਂ ਕਿਹਾ ਹੋਮਿਓਪੈਥੀ ਵੀ ਟਰਾਈ ਕਰ ਲੈਂਦੀ ਹਾਂ। ਮੈਂ ਕਿਹਾ ਠੀਕ ਹੈ, ਕਰ ਲਓ ਟਰਾਈ। ਸੋ ਸਟਾਰਟਿੰਗ 'ਚ ਜਦੋਂ ਤੁਸੀਂ ਪ੍ਰੈਕਟਿਸ ਕਰਨੇ ਲੱਗਦੇ ਹੋ, ਤੁਹਾਨੂੰ ਲੱਗਦਾ ਕਿ ਯਾਰ ਪੇਸ਼ੈਂਟ ਨੂੰ ਵੀ ਟਰਸਟ ਨਹੀਂ ਹੈਗਾ ਤੇ ਕਿਵੇਂ ਹੋਏਗਾ ਸਾਰੀ ਚੀਜ਼ਾਂ। ਬਟ ਵੈਰੀ ਕੌਨਫੀਡੈਂਟਲੀ ਆਈ ਰਿਪਲਾਈ ਹਰ ਕਿ ਕੋਈ ਨਹੀਂ, ਤੁਸੀਂ ਸ਼ੁਰੂ ਕਰੋ ਐਂਡ ਯੂ ਵਿਲ ਡੈਫੀਨੇਟਲੀ ਗੈਟ ਦ ਰਿਜ਼ਲਟਸ। ਤੇ ਉਹਨਾਂ ਨੇ ਮੈਡੀਸਨ ਸ਼ੁਰੂ ਕੀਤੀ ਤੇ ਜਦੋਂ ਥੋੜਾ ਟਾਈਮ ਹੋ ਗਿਆ ਉਹਨਾਂ ਨੂੰ ਮੈਡੀਸਨ ਲੈਂਦਿਆਂ, ਸਡਨਲੀ ਇੱਕ ਦਿਨ ਸ਼ਾਮੀ ਉਹਨਾਂ ਨੇ ਮੈਨੂੰ ਕਾਲ ਕੀਤਾ। ਬਾਹਰ ਬਾਰਿਸ਼ ਪੈ ਰਹੀ ਸੀ, ਮੀਂਹ ਪੈ ਰਿਹਾ ਸੀ। ਕਹਿੰਦੇ ਥੈਂਕ ਯੂ ਸ਼ਿਵਾਨੀ। ਮੈਂ ਕਿਹਾ ਕੀ ਹੋਇਆ? ਕਹਿੰਦੇ ਮੈਂ ਅੱਜ 18 ਸਾਲ ਬਾਅਦ ਸਮੋਸਾ ਖਾਧਾ। ਕਹਿੰਦੇ ਮੀਂਹ ਪੈਂਦਾ ਸੀ ਤੇ ਸਾਰੇ ਕੁਛ ਨਾ ਕੁਛ ਘਰੇ ਖਾ ਰਹੇ ਹੁੰਦੇ ਸੀ। ਪੰਜਾਬੀਆਂ ਦੀ ਫੈਮਿਲੀ ਹੈ, ਪਕੌੜੇ ਚੱਲ ਰਹੇ, ਸਮੋਸੇ ਚੱਲ ਰਹੇ ਹੈ। ਤੇ ਕਹਿੰਦੇ ਆਫਟਰ 18 ਈਅਰਸ ਮੈਂ ਅੱਜ ਖਾਧਾ ਤੇ ਮੈਂ ਹਿੰਮਤ ਕੀਤੀ ਕਿ ਮੈਂ ਖਾਊਂ, ਅਦਰਵਾਈਜ਼ ਮੈਂ ਇੰਨੀ ਪ੍ਰੀਕਾਸ਼ਨਸ ਲੈਂਦੀ ਸੀ। ਸੋ ਸ਼ੀ ਇਜ਼ ਹਲੇ ਤੱਕ ਉਹ ਮੇਰੇ ਕੋਲ ਆਉਂਦੇ, ਉਹਨਾਂ ਦੇ ਪਤਾ ਨਹੀਂ ਕਿੰਨੇ ਫੈਮਿਲੀ 'ਚ ਪੇਸ਼ੈਂਟਸ ਹੋਰ ਨੇ। ਉਹ ਹਰ ਚੀਜ਼ ਲਈ ਸ਼ੀ ਆਸਕ ਮੀ। ਉਹ ਬਾਹਰ ਬੈਠੇ ਨੇ, ਉਹਨਾਂ ਨੂੰ ਹੁੰਦਾ ਹੈ ਕਿ ਕੁਛ ਰਾਤੀ 1 ਵਜੇ ਵੀ ਪ੍ਰੋਬਲਮ ਹੈ, ਸ਼ੀ ਕਾਲਡ ਮੀ। ਬਟ ਉਹ ਮੈਨੂੰ ਇੱਕ ਬੜਾ ਅੱਛੀ ਚੀਜ਼ ਲੱਗੀ ਕਿ ਯਾਰ ਪੇਸ਼ੈਂਟ ਨੂੰ ਹੈ ਨਾ ਰਿਜ਼ਲਟਸ ਆਉਂਦੇ ਆ ਤੇ ਉਹ ਤੁਹਾਨੂੰ ਵੀ ਅੱਛਾ ਲੱਗਦਾ। ਸੋ ਤੁਹਾਡਾ ਕੁਐਸਚਨ ਸੀ ਐਸਿਡਿਟੀ। ਉਹਨਾਂ ਨੂੰ ਵੀ ਐਸਿਡਿਟੀ ਦੀ ਪ੍ਰੋਬਲਮ ਸੀਗੀ, ਇੰਨੀ ਗੰਦੀ ਪ੍ਰੋਬਲਮ ਸੀਗੀ। ਉਹਨਾਂ ਨੂੰ ਬਹੁਤ ਫੀਅਰ ਸੀਗਾ, ਕੁਛ ਨਹੀਂ ਖਾ ਰਹੇ ਸੀਗੇ, ਮੀਨਸ ਕੋਈ ਫਰਾਈਡ ਚੀਜ਼ ਉਹਨਾਂ ਨੇ 18 ਸਾਲ ਤੋਂ ਖਾਧੀ ਨਹੀਂ ਸੀਗੀ। ਸੋ ਐਸਿਡਿਟੀ ਦਾ ਰੀਜ਼ਨ ਹੁੰਦਾ। ਸੋ ਪਹਿਲਾਂ ਤਾਂ ਰੂਟ ਕਾਜ਼ ਆਪਾਂ ਦੇਖਣਾ ਪੈਂਦਾ ਸਾਨੂੰ ਵੀ ਕੀ ਹੈ। ਕੀ ਸਾਡਾ ਲਾਈਫ ਸਟਾਈਲ ਠੀਕ ਨਹੀਂ ਹੈ, ਸਲੀਪ ਪੈਟਰਨ ਠੀਕ ਨਹੀਂ ਹੈ, ਜਾਂ ਡਾਈਟਰੀ ਹੈਬਿਟਸ ਠੀਕ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਮਿਲ ਕੇ ਇੱਕ ਸਭ ਤੋਂ ਅਨਨੋਨ ਫੈਕਟਰ ਜਿਵੇਂ ਆਪਾਂ ਕਹੀਏ ਤੇ ਸਟ੍ਰੈਸ ਰਿਲੇਟਡ ਐਸਿਡਿਟੀ ਹੁੰਦੀ ਹੈ। ਓਕੇ, ਜੋ ਸਾਨੂੰ ਲੱਗਦਾ ਹੈ ਕਿ ਸ਼ਾਇਦ ਆਪਾਂ ਟੀ ਕੌਫੀ ਪੀ ਲਈ ਤਾਂ ਕਰਕੇ ਹੋ ਗਿਆ। ਸਮਟਾਈਮਸ ਤੁਸੀਂ ਸਭ ਚੀਜ਼ਾਂ ਠੀਕ ਕਰ ਰਹੇ ਹੋ ਬਟ ਤੁਹਾਡਾ ਸਟ੍ਰੈਸ ਲੈਵਲਸ ਆਰ ਵੈਰੀ ਹਾਈ, ਤੁਹਾਡੇ ਕੋਰਟੀਸੋਲ ਹਾਰਮੋਨਸ ਵੈਰੀ ਹਾਈ, ਉਹਦੇ ਕਰਕੇ ਤੁਹਾਨੂੰ ਸਟ੍ਰੈਸ ਇੰਡਿਊਸਡ ਐਸਿਡਿਟੀ ਵੀ ਹੋ ਜਾਂਦੀ ਹੈ। ਓਕੇ। ਸੋ ਇਹ ਸਾਰੀਆਂ ਚੀਜ਼ਾਂ 'ਚ ਜਦੋਂ ਆਪਾਂ ਪੇਸ਼ੈਂਟ ਨੂੰ ਕੰਪਲੀਟ ਅਪਰੋਚ ਦੇ ਨਾਲ ਟਰੀਟ ਕਰਦੇ ਹਾਂ, ਸਾਨੂੰ ਬਹੁਤ ਅੱਛੇ ਰਿਜ਼ਲट्स मिलते हैं। फास्ट अगर कोई रखता है दिन में तो लाइक वो हमारी लाइफ के लिए, हेल्थ के लिए लाइक एडवांटेजेबल है। ਫਾਸਟ ਦਾ ਮੀਨਿੰਗ ਕੰਪਲੀਟਲੀ ਮੀਲਲੈਸ ਨਹੀਂ ਹੁੰਦਾ ਹੈ। ਫਾਸਟ ਮੀਨਸ ਹੁੰਦਾ ਹੈ ਕਿ ਯੂ ਆਰ ਹੈਵਿੰਗ, ਮਤਲਬ ਬੇਸਿਕਲੀ ਸਾਡੇ ਹਿੰਦੂ ਧਰਮ 'ਚ ਕੀ ਗੱਲ ਕਰਦੇ ਹਾਂ ਆਪਾਂ ਕਿ ਸੀਰੀਅਲਸ ਨਹੀਂ ਇਨਟੇਕ ਕਰਨੇ ਆ, ਦੈਟ ਇਜ਼ ਅ ਫਾਸਟਿੰਗ। ਫਰੂਟਸ ਲੈਂਦੇ ਆ, ਲਾਈਟ ਫੂਡਸ ਲੈਂਦੇ ਆ ਨਾ, ਵਾਟਰ ਲੈ ਸਕਦੇ ਹੋ, ਜੂਸ ਲੈ ਸਕਦੇ ਹੋ। ਸੋ ਬੇਸਿਕਲੀ ਕਾਰਬ ਫ੍ਰੀ ਡਾਈਟ ਆਪਾਂ ਲੈਂਦੇ ਹੁੰਦੇ ਆ, ਠੀਕ ਹੈ। ਤੇ ਫਾਸਟਿੰਗ ਡੈਫੀਨੇਟਲੀ ਹੈਲਪਫੁਲ ਹੁੰਦੀ ਹੈ। ਵਨਸ ਇਨ ਅ ਵੀਕ ਜੇ ਆਪਾਂ ਕਰਦੇ ਹਾਂ ਤਾਂ ਸਾਡਾ ਮੈਟਾਬੋਲਿਕ ਸਿਸਟਮ ਫਾਸਟ ਰਹਿੰਦਾ ਹੈ, ਠੀਕ ਹੈ। ਸਾਡੇ ਗਟ ਹੈਲਥ ਨੂੰ ਥੋੜ੍ਹਾ ਰਿਲੈਕਸੇਸ਼ਨ ਮਿਲਦਾ ਹੈ, ਬਿਕੋਜ਼ ਆਪਾਂ ਖਾਈ ਜਾਂਦੇ ਹਾਂ। ਸੋ ਉਹ ਚੀਜ਼ ਨੂੰ ਥੋੜ੍ਹਾ ਜਿਹਾ ਰਿਲੈਕਸੇਸ਼ਨ ਮਿਲ ਜਾਂਦਾ ਅਤੇ ਸਿਸਟਮ ਸਾਡਾ ਡਾਈਜੈਸ਼ਨ ਵੀ ਇੰਪਰੂਵ ਹੁੰਦਾ ਉਹਦੇ ਨਾਲ। पेशेंट आते होने कि बढ़िया डाइट ले रहे, खा रहे, लेकिन बॉडी ਨੂੰ ਲੱਗ ਨਹੀਂ ਰਿਹਾ, ਬੇਸਿਕਲੀ ਡਾਈਜੈਸ਼ਨ ਦਾ ਇਸ਼ੂ ਹੈਗਾ, ਉਹਨਾਂ ਦੇ ਲਈ ਕੀ ਸੋਲੂਸ਼ਨ ਹੁੰਦਾ ਤੁਹਾਡੇ ਕੋਲ? ਦੇਖੋ, ਜਦੋਂ ਤੱਕ ਖਾਣ ਪੀਣ ਨਾਲ ਉਹਨਾਂ ਨੂੰ ਕੌਨਸਟੀਪੇਸ਼ਨ ਜਾਂ ਡਾਇਰੀਆ, ਬਾਰੀ ਸਟੂਲਸ ਜਾਣਾ, ਜਿਹਨੂੰ ਆਪਾਂ ਇਰੀਟੇਬਲ ਬਾਊਲ ਸਿੰਡਰੋਮ ਜਾਂ ਫਿਰ ਕੋਈ ਹੋਰ ਪੈਥੋਲੋਜੀਕਲ ਕੰਡੀਸ਼ਨ ਬੋਡੀ 'ਚ ਹੈ, ਜਿਵੇਂ ਕ੍ਰੋਨਸ ਡਿਜ਼ੀਜ਼ ਆ ਜਾਂਦੀ ਹੈ, ਅਲਸਰੇਟਿਵ ਕੋਲਾਈਟਸ ਆ ਜਾਂਦਾ ਹੈ, ਜਦੋਂ ਤੱਕ ਇਹ ਚੀਜ਼ਾਂ ਦੀ ਪ੍ਰੋਬਲਮ ਨਹੀਂ ਹੈ ਬਟ ਫਿਰ ਵੀ ਪੇਸ਼ੈਂਟ ਨੂੰ ਸਿਸਟਮ ਠੀਕ ਹੈ, ਪੇਸ਼ੈਂਟ ਰੋਜ਼ ਸਟੂਲ ਪਾਸ ਕਰ ਰਿਹਾ ਠੀਕ, ਉਹਨੂੰ ਕੋਈ ਪੇਨ ਐਬਡੋਮਨ ਨਹੀਂ ਹੈ, ਖਾਣ ਤੋਂ ਬਾਅਦ ਇਮੀਡੀਏਟਲੀ ਸਟੂਲ ਪਾਸ ਕਰਨ ਨਹੀਂ ਜਾਣਾ ਪੈਂਦਾ, ਬਟ ਫਿਰ ਵੀ ਪੇਸ਼ੈਂਟ ਦਾ ਵੇਟ ਨਹੀਂ ਵੱਧ ਰਿਹਾ। ਉੱਥੇ ਆਪਾਂ ਕਹਿ ਸਕਦੇ ਹਾਂ ਕਿ ਕਲਪਰੇਟ ਉੱਥੇ ਸਾਡੇ ਜੀਨਸ ਹੈਗੇ ਆ, ਕਿਉਂਕਿ ਜੈਨੇਟਿਕ ਫੈਕਟਰ ਹੈਗਾ
ਜੋ ਸਾਡੇ ਬੋਡੀ ਦੇ ਜੀਨਸ ਦੀ ਟੈਂਡੈਂਸੀ ਹੈ ਕਿ ਉਹਨਾਂ ਨੇ ਲੀਨ ਥੀਨ ਰਹਿਣਾ, ਉਹਨਾਂ ਨੇ ਸਾਰੀ ਜ਼ਿੰਦਗੀ ਲੀਨ ਥੀਨ ਹੀ ਰਹਿਣਾ। ਤੁਸੀਂ ਉਹਨਾਂ ਨੂੰ ਕੁਛ ਵੀ ਕਰ ਲਓ, ਬਟ ਹਾਂ ਫਿਰ ਵੀ ਇੱਕ ਬੇਸਿਕ ਹੈਲਦੀ ਬੋਡੀ ਆਪਟੀਮਾਈਜ਼ ਕਰਨ ਲਈ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀ ਆਪਣੀ ਪ੍ਰੋਪਰ ਰੱਖਣ, ਡਾਈਟ ਓਵਰ ਈਟ ਨਾ ਕਰਨ ਇਹ ਸੋਚ ਕੇ ਕਿ ਮੈਂ ਤਗੜੇ ਹੋਣਾ ਹੈ, ਮੋਟੇ ਹੋਣਾ ਹੈ, ਮਸਲਸ ਬਣਾਉਣੇ ਆ। ਨੋਰਮਲ ਆਪਣੀ ਬੋਡੀ ਵੇਟ, ਬੋਡੀ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਕੰਜ਼ੰਪਸ਼ਨ ਲੈਣ, ਫਿਜ਼ੀਕਲ ਐਕਟੀਵਿਟੀ ਰੂਟੀਨ ਰੱਖਣ ਜੋ ਉਹਦੇ ਨਾਲੋਂ ਨੋਰਮਲ ਬੇਸਿਕ ਆਪਣਾ ਅਟੇਨ ਕਰ ਸਕਦੇ ਨੇ। ਪਰ ਆਪਾਂ ਕਹੀਏ ਕਿ ਬਹੁਤ ਤਗੜੇ ਹੋ ਸਕਦੇ ਨੇ, ਉਹ ਚੀਜ਼ ਨਹੀਂ ਹੈ। ਉੱਥੇ ਸਾਡੇ ਜੀਨਸ ਦਾ ਫੈਕਟਰ ਹੈ, ਵੀ ਕਾਂਟ ਰਿਪਲੇਸ ਦ ਜੀਨਸ। ਓਕੇ, ਸੋ ਐਜ਼ ਅ ਡਾਕਟਰ ਮਤਲਬ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ, ਤੁਹਾਡੇ ਹਿਸਾਬ ਨਾਲ ਕਿਹੜੀਆਂ ਇਹੋ ਜਿਹੀ 3 ਹੈਬਿਟਸ ਨੇ ਜਿਹੜਾ ਹਰੇਕ ਪਰਸਨ ਨੂੰ ਆਪਣੀ ਲਾਈਫ ਦੇ ਵਿੱਚ ਐਡ ਕਰਨੀਆਂ ਚਾਹੀਦੀਆਂ ਨੇ? ਲਾਈਕ 3 ਤੋਂ ਜ਼ਿਆਦਾ ਹੋ ਸਕਦੀਆਂ ਓਬਵੀਅਸਲੀ, ਬਟ ਤੁਹਾਨੂੰ ਕੀ ਲੱਗਦਾ ਕਿ 3 ਇੰਪੋਰਟੈਂਟ ਐਜ਼ ਪਰ ਯੂ? ਦੇਖੋ, ਇੱਕ ਤੇ ਆਪਣਾ ਡੇ ਰੂਟੀਨ ਨੂੰ ਸੈੱਟ ਕਰਨਾ ਬਹੁਤ ਜ਼ਰੂਰੀ ਆ। ਟਾਈਮ ਟੂ ਵਰਕ, ਟਾਈਮ ਟੂ ਈਟ, ਟਾਈਮ ਟੂ ਫਿਜ਼ੀਕਲ ਐਕਟੀਵਿਟੀ, ਇਹ ਸਾਰੀਆਂ ਚੀਜ਼ਾਂ ਸਾਡੀਆਂ ਸ਼ੈਡਿਊਲਡ ਹੋਣੀਆਂ ਚਾਹੀਦੀਆਂ। ਬਿਕੋਜ਼ ਸਾਰੀਆਂ ਚੀਜ਼ਾਂ ਐਕਟੀਵਿਟੀਆਂ, ਇੱਕ ਦਿਨ ਆਪਾਂ ਖਾ ਹੀ ਰਹੇ ਹਾਂ, ਇੱਕ ਦਿਨ ਆਪਾਂ ਖੇਲ ਹੀ ਰਹੇ ਹਾਂ, ਇੱਕ ਦਿਨ ਆਪਾਂ ਐਕਸਰਸਾਈਜ਼ਜ਼ ਹੀ ਕਰ ਰਹੇ ਨੇ, ਸੋ ਦੈਟ ਇਜ਼ ਅ ਬੈਡ ਹੈਬਿਟ। ਉਹ ਰੋਂਗ ਸਿਸਟਮ ਹੋ ਜਾਂਦਾ ਹੈ। ਇੱਕ ਤਾਂ ਡੇਲੀ ਰੂਟੀਨ ਸ਼ੈਡਿਊਲ ਆਪਣਾ ਫਿਕਸ ਕਰਨਾ ਚਾਹੀਦਾ ਹੈ, ਆਪਣੀ ਡਾਈਟਰੀ ਹੈਬਿਟਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਆਊਟਸਾਈਡ ਫੂਡਸ ਨੂੰ ਜਿੰਨਾ ਹੋ ਸਕੇ ਅਵੋਇਡ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਕੋਜ਼ ਪ੍ਰੀਜ਼ਰਵੇਟਿਵ ਫੂਡਸ ਸਾਨੂੰ ਅਲਟੀਮੇਟਲੀ ਕੋਈ ਨਾ ਕੋਈ ਹਾਰਮ ਜ਼ਰੂਰ ਦਿੰਦੇ ਨੇ, ਠੀਕ ਹੈ। ਜਿੰਨੇ ਵੀ ਪ੍ਰੋਸੈਸਡ ਪੈਕਡ ਫੂਡਸ ਹੁੰਦੇ ਆ ਉਹ ਅਵੋਇਡ ਕਰਨੇ ਚਾਹੀਦੇ। ਓਕੇ, ਤੇ ਇੱਕ 40 to 45 ਮਿੰਟਸ ਦੀ ਮਿਨੀਮਮ ਫਿਜ਼ੀਕਲ ਐਕਟੀਵਿਟੀ ਇਜ਼ ਰਿਕੁਆਇਰਡ। ਜੇ ਆਪਾਂ ਇਹ 2-3 ਚੀਜ਼ਾਂ ਨੂੰ, ਸਭ ਤੋਂ ਇੰਪੋਰਟੈਂਟ ਸਾਡੀ ਸਲੀਪ, ਸੋ ਦੈਟ ਆਪਾਂ ਫਿਜ਼ੀਕਲੀ ਦੇ ਨਾਲ ਨਾਲ ਮੈਂਟਲੀ ਵੀ ਹੈਲਦੀ ਰਹਿਣ। ਸੋ ਸਲੀਪ ਇਜ਼ ਅਗੇਨ ਅ ਵੈਰੀ ਇੰਪੋਰਟੈਂਟ ਫੈਕਟਰ। ਇਹ ਕੁਝ ਚੀਜ਼ਾਂ ਨੇ ਜਿਹਦਾ ਆਪਾਂ ਧਿਆਨ ਰੱਖ ਕੇ ਇੱਕ ਲਾਈਫ ਆਪਣੀ ਬੈਲੈਂਸਡ ਹੈਲਦੀ ਲਾਈਫ ਜੀ ਸਕਦੇ ਨੇ। ਜੀ। ਹਾਂਜੀ। ਅੱਛਾ, ਗੱਲ ਕਰੀ ਜਾਵੇ ਲਾਈਕ ਐਲੋਪੈਥਿਕ ਸੋਲਿਊਸ਼ਨ ਦੇ ਬਾਰੇ ਵੀ, ਕਿ ਕੈਂਸਰ ਨੂੰ ਇੱਕ ਇਹੋ ਜਿਹਾ ਲਾਈਕ ਡਿਜ਼ੀਜ਼ ਮੰਨਿਆ ਜਾਂਦਾ ਹੈ ਨਾ, ਕਿ ਜਿਹਨੂੰ ਆਪਾਂ ਲਾਈਕ 90% ਆਫ ਦਾ ਪੀਪਲ ਸੋਚ ਲੈਂਦੇ ਕਿ ਜੇ ਹੋ ਗਿਆ ਤਾਂ ਮਤਲਬ ਲਾਈਕ ਸਫਰ ਸਟਾਰਟ ਹੈ ਨਾ, ਮਤਲਬ ਕਿ ਕਾਈਂਡ ਆਫ ਵਾਪਸ ਨਹੀਂ ਆਪਾਂ ਉਹਨੂੰ ਟਰੀਟ ਨਹੀਂ ਕਰ ਪਾਉਂਦੇ। ਬਟ ਇਨ ਕੇਸ ਆਫ 10% ਆਪਾਂ ਦੇਖੀਏ ਕਿ ਬਹੁਤ ਸੇ ਇਹੋ ਜਿਹੇ ਵੀ ਐਕਸਪੀਰੀਅੰਸ ਹੈਗੇ, ਬਹੁਤ ਜਿਹੇ ਇਹੋ ਜਿਹੇ ਕੇਸ ਵੀ ਹੈਗੇ ਜਿਨ੍ਹਾਂ ਨੇ ਰਿਵਰਸ ਕੀਤਾ ਇਸ ਚੀਜ਼ ਨੂੰ। ਹੋਮਿਓਪੈਥੀ ਦੇ ਥਰੂ ਇਹਦੇ ਲਈ ਕੁਝ ਡਿਫਰੈਂਟ ਅਪਰੋਚ ਹੈ? ਦੇਖੋ, ਪਹਿਲਾਂ ਤਾਂ ਕੈਂਸਰ ਆਪਾਂ ਕਹੀਏ, ਲੋਕਾਂ ਨੂੰ ਲੱਗਦਾ ਕਿ ਬਹੁਤ ਵੱਡੀ ਬਿਮਾਰੀ ਹੈ, ਠੀਕ ਹੈ। ਉਹ ਇੰਡੀਆ 'ਚ ਥੋੜ੍ਹਾ ਜ਼ਿਆਦਾ ਹੈ ਬਿਕੋਜ਼ ਇੱਥੇ ਇੰਨੇ ਚਾਂਸਿਸ ਕੇਸਿਸ ਨਹੀਂ ਹੁੰਦੇ ਸੀ ਪਹਿਲਾਂ, ਜਾਂ ਹੁੰਦੇ ਵੀ ਸੀ ਤੇ ਉਹ ਡਾਇਗਨੋਜ਼ਡ ਨਹੀਂ ਹੁੰਦੇ ਸੀ, ਇੰਨੀ ਅਵੇਅਰਨੈਸ ਨਹੀਂ ਹੁੰਦੀ ਸੀ। ਕੈਂਸਰ ਆਪਾਂ ਕਹੀਏ ਕਾਈਂਡ ਆਫ ਟਿਊਮਰਸ ਜਿਹਦੇ 'ਚ 90% ਤੋਂ ਜ਼ਿਆਦਾ ਤੇ ਨੋਨ ਕੈਂਸਰਸ ਟਿਊਮਰਸ ਹੁੰਦੇ ਨੇ, ਜਿਹਦੇ 'ਚ ਕੋਈ ਪ੍ਰੋਬਲਮ ਨਹੀਂ ਆ ਸਕਦੀ। ਬਟ ਆਪਾਂ ਉਹਨੂੰ ਜਦੋਂ ਕੈਂਸਰ ਵਰਡ ਆ ਜਾਂਦਾ ਹੈ ਤੇ ਸਾਰੇ ਅਫਰੇਡ ਹੋ ਜਾਂਦੇ ਕਿ ਬਹੁਤ ਵੱਡੀ ਪ੍ਰੋਬਲਮ ਆ ਗਈ, ਠੀਕ ਹੈ। ਤੇ ਉਹ ਕੇਸਿਸ 'ਚ ਤਾਂ ਸਾਨੂੰ ਘਬਰਾਉਣ ਦੀ ਕਦੇ ਲੋੜ ਨਹੀਂ ਹੁੰਦੀ ਹੈ। ਬਟ ਕੁਝ ਜਿਹੜੇ ਮੈਲੀਗਨੈਂਸੀ ਵਾਲੇ ਕੇਸਿਸ ਹੁੰਦੇ ਨੇ, ਉੱਥੇ ਵੀ ਇਹ ਨਹੀਂ ਹੈ ਕਿ ਸਾਡੇ ਕੋਲ ਟਰੀਟਮੈਂਟਸ ਨਹੀਂ ਹੈ। ਇੰਡੀਆ 'ਚ ਐਲੋਪੈਥੀ 'ਚ ਕੀਮੋਥੈਰੇਪੀਜ਼, ਰੇਡੀਓਥੈਰੇਪੀਜ਼, ਬਹੁਤ ਅੱਛੇ ਟਰੀਟਮੈਂਟਸ ਨੇ। ਔਂਕੋ ਸਰਜਰੀਜ਼ ਇੰਨੀ ਅੱਛੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸੋ ਇਹ ਚੀਜ਼ਾਂ ਹੈ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਐਲੋਪੈਥੀ ਦਾ ਬਹੁਤ ਵੱਡਾ ਆਪਣਾ ਇੱਕ ਰੋਲ ਹੈ, ਗਾਈਡੈਂਸ ਹੈ। ਜਦ ਸਾਡੇ ਕੋਲ ਵੀ ਇੱਦਾਂ ਦੇ ਪੇਸ਼ੈਂਟਸ ਆਉਂਦੇ ਆ, ਇਹ ਨਹੀਂ ਹੈ ਕਿ ਆਪਾਂ ਡਾਇਰੈਕਟਲੀ ਆਪਣੀ ਹੋਮਿਓਪੈਥੀ ਸਟਾਰਟ ਕਰ ਦਿੰਦੇ ਹਾਂ। ਸੋ ਉਹ ਚੀਜ਼ ਨਹੀਂ ਕਰਦੇ ਆਪਾਂ। ਪਹਿਲਾਂ ਪੇਸ਼ੈਂਟ ਦਾ ਪ੍ਰੋਪਰ ਡਾਇਗਨੋਸਿਸ, ਪ੍ਰੋਪਰ ਉਹਨਾਂ ਦੀ ਕੰਸਲਟੇਸ਼ਨਸ, ਉਹਨਾਂ ਦੇ ਪੈਟ ਸਕੈਨਸ ਕਰਵਾਉਂਦੇ ਆ ਕਿ ਜੇ ਕੈਂਸਰਸ ਹੈਗੇ ਆ ਤੇ ਕਿੰਨੀ ਕੁ ਉਹਨਾਂ ਦੀ ਐਕਸਟੈਂਸ਼ਨਸ ਹੈਗੀ ਆ। ਉਹਨਾਂ ਦੇ ਅਕੋਰਡਿੰਗ ਫਿਰ ਆਪਾਂ ਜੋ ਉਹਦੇ 'ਚ ਪੇਸ਼ੈਂਟ ਦੀ ਟਰੀਟਮੈਂਟ ਪਲਾਨ ਕਰਦੇ ਆ, ਜੋ ਵੀ ਔਂਕੋਲੋਜਿਸਟ ਪਲਾਨ ਕਰਦੇ ਆ, ਭਾਵੇਂ ਉਹ ਰੇਡੀਓਥੈਰੇਪੀਜ਼ ਕਰਨ ਜਾਂ ਫਿਰ ਕੀਮੋਥੈਰੇਪੀਜ਼ ਪਲਾਨ ਕਰਨ, ਤੇ ਉਹਨਾਂ ਦੇ ਹਿਸਾਬ ਨਾਲ ਆਪਾਂ ਜਿੱਥੇ ਹੈਲਪ ਕਰ ਸਕਦੇ ਹਾਂ ਪੇਸ਼ੈਂਟਸ ਨੂੰ। ਬਿਕੋਜ਼ ਪੇਸ਼ੈਂਟ ਆਉਂਦਾ ਹੈ ਹੋਮਿਓਪੈਥੀ 'ਚ ਜਦੋਂ ਬਿਲਕੁਲ ਐਂਡ ਸਟੇਜ 'ਤੇ ਹੁੰਦਾ, ਤੇ ਉੱਥੇ ਆਪਾਂ ਫਿਰ ਪੈਲੀਏਟਿਵ ਮੈਥਡ ਨਾਲ ਪੇਸ਼ੈਂਟ ਨੂੰ ਰਿਲੀਫ ਦੇ ਸਕਦੇ ਨੇ, ਠੀਕ ਹੈ। ਜਿਹੜੇ ਸਾਡੇ ਕੋਲ ਅਰਲੀ ਸਟੇਜਸ ਦੇ ਕੇਸਿਸ ਆਉਂਦੇ ਆ, ਡੈਫੀਨੇਟਲੀ ਉੱਥੇ ਆਪਾਂ ਰਿਵਰਸ ਕਰ ਸਕਦੇ ਨੇ, ਪੇਸ਼ੈਂਟ ਨੂੰ ਕਿਉਰ ਕਰ ਸਕਦੇ ਨੇ। ਬਟ ਜਦੋਂ ਪੇਸ਼ੈਂਟ ਕਾਊਂਟਰ ਹੀ ਸਾਨੂੰ ਫਾਈਨਲ ਸਟੇਜ 'ਤੇ ਹੁੰਦਾ ਹੈ, ਤੇ ਉੱਥੇ ਅਸੀਂ ਪੇਸ਼ੈਂਟ ਨੂੰ ਪੇਸ਼ੈਂਟ ਦੇ ਲਾਈਫ ਸਟਾਈਲ ਤੋਂ ਰਿਲੇਟਿਡ ਚੀਜ਼ਾਂ ਚੇਂਜ ਕਰ ਸਕਦੇ ਨੇ। ਉਹਨਾਂ ਨੂੰ ਡਾਈਟਰੀ ਪਲਾਨਸ 'ਚ ਚੇਂਜਿਸ ਕਰਾ ਸਕਦੇ ਨੇ ਵੀ, ਸੋ ਦੈਟ ਉਹਨਾਂ ਦੇ ਜਿਹੜੇ ਡਿਊਰਿੰਗ ਦ ਪ੍ਰੋਸੈਸ ਉਹਨਾਂ ਦਾ ਜੋ ਸ਼ੈਡਿਊਲ ਚੱਲ ਰਿਹਾ, ਜਿਹੜੇ ਡਰੱਗਸ ਕਰਕੇ ਉਹਨਾਂ ਨੂੰ ਸਫਰਿੰਗਸ ਹੋਰ ਜ਼ਿਆਦਾ ਹੋ ਰਹੀਆਂ ਨੇ, ਬਿਕੋਜ਼ ਜੋ ਮੈਡੀਸਨਸ ਜਾਂ ਥੈਰੇਪੀਜ਼ ਉਹਨਾਂ ਨੂੰ ਦਿੰਦੇ ਨੇ ਉਹ ਵੀ ਅਲਟੀਮੇਟਲੀ ਬੜੀ ਪੇਨਫੁਲ ਹੁੰਦੀਆਂ ਨੇ, ਠੀਕ ਹੈ। ਸੋ ਮੈਂਟਲੀ ਵੀ ਨਾਲ ਦੇ ਨਾਲ ਇੱਕ ਫੈਮਿਲੀ ਪੇਸ਼ੈਂਟ ਉਸ ਤਰੀਕੇ ਨਾਲ ਵੀ ਜੂਝ ਰਹੇ ਹੁੰਦੇ ਆਪਣੀ ਫੈਮਿਲੀ ਨਾਲ ਵੀ। ਸੋ ਉਹਦੇ 'ਚ ਆਪਾਂ ਪੈਲੀਏਟਿਵ ਟਰੀਟਮੈਂਟਸ ਵੀ ਹੋਮਿਓਪੈਥੀ 'ਚ ਬਹੁਤ ਅੱਛੇ ਤਰੀਕੇ ਨਾਲ ਪੇਸ਼ੈਂਟ ਨੂੰ ਰਿਲੀਫ ਦੇ ਸਕਦੇ। ਅੱਛਾ, ਵਿੱਚ ਆਪਾਂ ਗੱਲ ਕਰੀ ਸੀਗੀ ਲਾਈਕ ਐਕਿਊਟ ਬਿਮਾਰੀਆਂ ਦੀ ਗੱਲ ਕਰ ਲਈ ਜਾਵੇ ਜਾਂ ਕਰੋਨਿਕ ਬਿਮਾਰੀਆਂ ਦੇ ਬਾਰੇ, ਇਹਨਾਂ ਦੇ ਵਿੱਚ ਮੇਜਰ ਡਿਫਰੈਂਸ ਕੀ ਹੁੰਦਾ ਤੁਹਾਡੇ ਹਿਸਾਬ ਨਾਲ? ਬਹੁਤ ਅੱਛਾ ਕੁਐਸਚਨ ਪੁੱਛਿਆ ਤੁਸੀਂ, ਕਿਉਂਕਿ ਸਾਰਿਆਂ ਨੂੰ ਲੱਗਦਾ, ਦੇਖੋ
ਕ੍ਰੋਨਿਕ ਪ੍ਰੋਬਲਮਸ ਬੇਸਿਕਲੀ ਆਪਾਂ ਉਹ ਤਰੀਕੇ ਦੀ ਪ੍ਰੋਬਲਮਸ ਨੂੰ ਕਹਿੰਦੇ ਆ ਜਿਹੜੀਆਂ ਸਾਡੇ ਲਾਈਫ ਸਟਾਈਲ ਰਿਲੇਟਡ ਚੀਜ਼ਾਂ ਹੁੰਦੀਆਂ ਨੇ, ਜੋ ਬਹੁਤ ਥੋੜ੍ਹੇ ਟਾਈਮ ਲਈ ਨਹੀਂ, ਬਹੁਤ ਟਾਈਮ ਤੋਂ ਹੋ ਰਹੀਆਂ ਹੁੰਦੀਆਂ ਨੇ, ਫਿਰ ਉਹ ਪਾਰਟ ਸਾਡੇ ਲਾਈਫ ਦਾ ਬਣ ਜਾਂਦੀਆਂ ਨੇ, ਠੀਕ ਹੈ। ਬਟ ਉਹੀ ਪ੍ਰੋਬਲਮਸ ਜਦੋਂ ਪਾਰਟ ਬਣ ਗਈਆਂ ਨੇ ਤੇ ਸਡਨ ਐਕਿਊਟ ਅਟੈਕ ਆਉਂਦਾ ਕਿਸੇ ਵੀ ਚੀਜ਼ ਦਾ, ਉਹਨੂੰ ਆਪਾਂ ਕਹਿ ਦਿੰਦੇ ਆ ਐਕਿਊਟ ਡਿਜ਼ੀਜ਼। ਜਾਂ ਫਿਰ ਕੋਈ ਰੈਂਡਮ ਕੋਈ ਸਾਨੂੰ ਛੋਟੀ ਮੋਟੀ ਪ੍ਰੋਬਲਮ ਆਉਂਦੀ ਹੈ ਜਿਹੜੀ ਇੰਟੈਂਸਿਟੀ ਹਾਈ ਹੈਗੀ ਹੈ ਡਿਜ਼ੀਜ਼ ਦੀ, ਬਟ ਉਹਦਾ ਡਿਊਰੇਸ਼ਨ ਬਹੁਤ ਸ਼ਾਰਟ ਹੈ, ਉਹ ਐਕਿਊਟ ਡਿਜ਼ੀਜ਼ ਹੈ ਜੀ। ਜਿਹਦੀ ਇੰਟੈਂਸਿਟੀ ਲਿਮਿਟਡ ਹੈ ਬਟ ਉਹਦਾ ਜਿਹੜਾ ਟਾਈਮ ਪੀਰੀਅਡ ਹੈ ਦੈਟ ਇਜ਼ ਲੌਂਗ, ਓਕੇ, ਉਹ ਕ੍ਰੋਨਿਕ ਡਿਜ਼ੀਜ਼ ਹੁੰਦੀ ਹੈ ਜੀ। ਫੋਰ ਐਗਜ਼ਾਮਪਲ ਬਹੁਤ ਸਿੰਪਲ ਜਿਹਾ ਸਮਝਾਉਂਦੀ ਹੈ ਤੁਹਾਨੂੰ, ਜਿਵੇਂ ਆਪਾਂ ਕਹਿੰਦੇ ਹਾਂ ਕਿ ਜੀ ਇਹਨੂੰ ਤਾਂ ਅਸਥਮਾ ਹੈ, ਠੀਕ ਹੈ, ਅਸਥਮਾ ਦੀ ਪ੍ਰੋਬਲਮ ਹੈ ਲੋਕਾਂ ਨੂੰ 30 ਸਾਲ 40 ਸਾਲ 50 ਸਾਲ ਤੋਂ ਹੁੰਦੀ ਹੈ। ਸੋ ਅਸਥਮਾ ਇਜ਼ ਅ ਕਾਈਂਡ ਆਫ ਕ੍ਰੋਨਿਕ ਡਿਜ਼ੀਜ਼, ਇਹਨੂੰ ਆਪਾਂ COPD ਕ੍ਰੋਨਿਕ ਆਬਸਟਰਕਟਿਵ ਪਲਮੋਨਰੀ ਡਿਜ਼ੀਜ਼ ਦੇ ਅੰਡਰ ਲੈਂਦੇ ਨੇ। ਬਟ ਜਦੋਂ ਆਪਾਂ ਕਹੀਏ ਕਿ ਇੱਕ ਪੇਸ਼ੈਂਟ ਨੂੰ ਅਸਥਮਾ 'ਚ ਅਟੈਕ ਆ ਜਾਂਦਾ ਹੈ ਜੀ, ਜਿਹਨੂੰ ਆਪਾਂ ਕਹਿੰਦੇ ਆ ਐਕਿਊਟ ਰੈਸਪੀਰੇਟਰੀ ਡਿਸਟ੍ਰੈਸ ਹੋ ਗਿਆ ਪੇਸ਼ੈਂਟ ਨੂੰ, ਸੋ ਉਹ ਐਕਿਊਟ ਕੰਡੀਸ਼ਨ ਹੈ ਉਸ ਕ੍ਰੋਨਿਕ ਡਿਜ਼ੀਜ਼ ਦੀ ਜੀ। ਸੋ ਇਸ ਤਰੀਕੇ ਨਾਲ ਆਪਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਇੱਕ ਕ੍ਰੋਨਿਕ ਡਿਜ਼ੀਜ਼ ਨੂੰ ਤੇ ਐਕਿਊਟ ਡਿਜ਼ੀਜ਼ ਨੂੰ ਜੀ। ओके, तो एट लास्ट मतलब कि मैं थोड़ा तो जानना चाहूँगा कि एट लास्ट ਤੁਸੀਂ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ ਅਬਾਊਟ ਕਿ ਇੱਕ ਕਾਈਂਡ ਆਫ ਸੈਲਫ ਡਾਕਟਰ ਬਣਾ ਚਾਹੋ ਤੁਸੀਂ ਉਹਨਾਂ ਨੂੰ ਇੱਕ ਐਡਵਾਈਸ। ਦੇਖੋ, ਪਹਿਲੀ ਗੱਲ ਤੇ ਸੈਲਫ ਡਾਕਟਰ ਵਰਡ ਆਪਣੇ ਆਪ 'ਚ ਬਹੁਤ ਹੀ ਡੇਂਜਰਸ ਵਰਡ ਹੈ, ਸੈਲਫ ਡਾਕਟਰ ਨਹੀਂ ਹੋਣਾ ਚਾਹੀਦਾ। ਡਾਕਟਰਸ ਬੈਠੇ ਨੇ, ਜਦੋਂ ਤੁਹਾਨੂੰ ਡਿਜ਼ੀਜ਼ ਹੁੰਦੀ ਹੈ ਉਦੋਂ ਡਾਕਟਰ ਕੋਲ ਜਾਓ, ਬਟ ਉਹ ਡਿਜ਼ੀਜ਼ ਕਦੋਂ ਆਉਂਦੀ ਹੈ ਜਦੋਂ ਆਪਾਂ ਆਪਣੇ ਡੇ ਰੂਟੀਨ ਨੂੰ ਮੇਨਟੇਨ ਨਹੀਂ ਕਰਦੇ। ਸੋ ਮੇਰੀ ਐਡਵਾਈਸ ਇਹੀ ਹੈ ਕਿ ਆਪਾਂ ਆਪਣੀ ਹੈਲਥ ਨੂੰ ਪ੍ਰਾਇਰਟਾਈਜ਼ ਕਰੀਏ, ਆਪਣਾ ਡੇ ਰੂਟੀਨ ਸ਼ੈਡਿਊਲ ਫਿਕਸ ਕਰੀਏ, ਬੈਲੈਂਸ ਕਰੀਏ ਆਪਣੀ ਲਾਈਫ ਨੂੰ, ਬੇਸਿਕਲੀ ਆਪਣੇ ਖਾਣਾ ਪੀਣਾ, ਆਪਣਾ ਵਰਕ ਲਾਈਫ ਬੈਲੈਂਸ, ਆਪਣਾ ਪਰਸਨਲ ਲਾਈਫ ਬੈਲੈਂਸ, ਰਿਲੇਸ਼ਨਸ਼ਿਪ ਬੈਲੈਂਸ, ਇਹ ਸਭ ਚੀਜ਼ਾਂ ਨੂੰ ਜਦੋਂ ਆਪਾਂ ਬੈਲੈਂਸ ਕਰਾਂਗੇ ਤੇ ਆਪਾਂ ਨੋਰਮਲ ਰੂਟੀਨ ਹੈਲਦੀ ਲਾਈਫ ਜੀਣਗੇ। ਤੇ ਜੇ ਕੋਇਨਸੀਡੈਂਟਲੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹਨੂੰ ਸਹੀ ਟਾਈਮ ਤੇ ਐਡਰੈਸ ਜ਼ਰੂਰ ਕਰਨਾ ਬਹੁਤ ਜ਼ਰੂਰੀ ਹੈ ਕਿ ਉਹ ਪ੍ਰੋਬਲਮ ਜਦੋਂ ਤੱਕ ਵੱਡਾ ਭਿਅੰਕਰ ਕੋਈ ਰੂਪ ਨਾ ਲੈ ਲੇ, ਆਪਾਂ ਉਦੋਂ ਤੱਕ ਉਹਨੂੰ ਕੰਸੀਡਰ ਹੀ ਨਾ ਕਰੀਏ। ਸੋ ਉਹ ਚੀਜ਼ ਸਾਨੂੰ ਬਾਅਦ 'ਚ ਜ਼ਿਆਦਾ ਔਖੀ ਹੋਏਗੀ। ਸੋ ਇਟਸ ਬੈਟਰ ਰੂਟੀਨ ਆਪਣਾ ਚੈੱਕਅਪ ਕਰਾਉਂਦੇ ਰਹੋ, ਆਪਣੇ ਮੈਂਟਲ ਸਟੇਟ ਨੂੰ ਹੈਲਦੀ ਰੱਖੋ, ਫਿਜ਼ੀਕਲੀ ਐਕਟਿਵ ਰਹੋ, ਅੱਛਾ ਨਿਊਟ੍ਰੀਸ਼ਨ ਲਓ ਤੇ ਖੁਸ਼ ਰਹੋ। ਓਕੇ, ਬਾਕੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਜਿਹੋ ਜਿਹਾ ਤੁਹਾਡਾ ਸੁਭਾਅ ਉਸ ਹਿਸਾਬ ਨਾਲ ਤੁਸੀਂ ਪੂਰੀ ਇਨਫੋਰਮੇਸ਼ਨ ਜਿਹੜਾ ਡੀਪ ਇਨ ਹੋਮਿਓਪੈਥੀ ਬਾਰੇ ਤੁਸੀਂ ਸਮਝਾਇਆ, ਬਹੁਤ ਚੰਗਾ ਲੱਗਿਆ। ਔਰ ਮਿਥ ਦੇ ਬਾਰੇ ਬੇਸਿਕਲੀ ਕੰਟਰਾਸਟ ਜਿਹੜਾ ਤੁਸੀਂ ਦੱਸਿਆ, ਥੈਂਕ ਯੂ ਸੋ ਮਚ ਫॉर ਕਮਿੰਗ ਹੇਅਰ। ਥੈਂਕ ਯੂ ਜੀ।